ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਫਤਿਹ ਸਿੰਘ ਲੈ ਕੇ ਆਇਆ ਤੁਹਾਡੇ ਲਈ ਅਪ੍ਰੈਲ ਦੇ ਕਰੰਟ ਅਫੇਅਰਸ ਦੀ ਸੀਰੀਜ਼ ਦਾ ਪਾਰਟ ਤੀਜਾ। ਮਤਲਬ ਅਸੀਂ ਅਪ੍ਰੈਲ ਦੇ ਜਿਹੜੇ ਕਰੰਟ ਅਫੇਅਰਸ ਆ ਉਹਦੇ 2 ਪਾਰਟ ਕਰ ਚੁੱਕੇ ਹਾਂ ਅਤੇ ਇਹ ਹੈਗਾ ਤੀਜਾ ਪਾਰਟ, ਅਤੇ ਇਸ ਪਾਰਟ ਦੇ ਨਾਲ ਹੀ ਸਾਡੇ ਅਪ੍ਰੈਲ ਦੇ ਕਰੰਟ ਅਫੇਅਰ ਕੰਪਲੀਟ ਹੋ ਜਾਣਗੇ। ਅਤੇ ਜਿੰਨੇ ਵੀ ਇਹ ਕਰੰਟ ਅਫੇਅਰਸ ਆ ਸਾਡੇ ਜਿੰਨੇ ਵੀ ਆਉਣ ਵਾਲੇ ਐਗਜ਼ਾਮ ਆ, ਚਾਹੇ ਉਹ ਪੰਜਾਬ ਸਬ ਇੰਸਪੈਕਟਰ ਦਾ ਗੱਲ ਕਰ ਲਈਏ, ਜਾਂ ਆਪਾਂ ਪੰਜਾਬ ਕਾਂਸਟੇਬਲ ਦੀ ਗੱਲ ਕਰ ਲਈਏ, ਜਾਂ ਹੋਰ ਜਿੰਨੇ ਵੀ ਪੰਜਾਬ ਗੌਰਮੈਂਟ ਦੇ ਐਗਜ਼ਾਮ ਆਉਣ ਵਾਲੇ ਆ ਉਹਨਾਂ ਲਈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਨਗੇ। ਅਤੇ ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਆ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਦੇ ਚੈਨਲ 'ਤੇ ਆਓ, ਜਿਸ ਦਾ ਨਾਮ ਹੈਗਾ ਮਿਸਟਰ ਫਤਿਹ ਸਿੰਘ। ਉਸ ਦਾ ਲਿੰਕ ਵੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗਾ। ਤੁਸੀਂ ਚੈਨਲ ਨੂੰ ਜੁਆਇਨ ਕਰੋ ਅਤੇ ਉੱਥੇ ਤੁਹਾਨੂੰ ਇਸ ਲੈਕਚਰ ਦੀ PDF ਮਿਲ ਜਾਊਗੀ, ਅਤੇ ਜਦੋਂ ਵੀ ਮੇਰਾ ਕੋਈ ਨਵਾਂ ਲੈਕਚਰ ਆਊਗਾ ਉਹਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਉਸ ਤੋਂ ਮਿਲ ਜਾਊਗਾ ਜੀ। ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਅਤੇ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਹਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫਸਟ ਨਿਊਜ਼ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT। NGT ਦੀ ਫੁੱਲ ਫਾਰਮ ਯਾਦ ਰੱਖਣੀ। ਪਹਿਲੀ ਗੱਲ ਤਾਂ ਕੀ ਹੈਗੀ ਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਹੁਣੇ ਇੱਕ 8 ਮੈਂਬਰ ਨੈਸ਼ਨਲ ਟਾਸਕ ਫੋਰਸ ਬਣਾਈ ਗਈ ਹੈ ਇਸ ਦੇ ਦੁਆਰਾ, ਜੋ ਕਿ ਚੈੱਕ ਕਰੂਗੀ ਕਿ ਜੋ ਏਅਰ ਦਾ ਪੋਲਿਊਸ਼ਨ ਉਹਨੂੰ ਕਿਵੇਂ ਘਟਾਇਆ ਜਾ ਸਕੇ ਅਤੇ ਏਅਰ ਦੀ ਕੁਆਲਿਟੀ ਨੂੰ ਇੰਪਰੂਵ ਕੀਤਾ ਜਾਵੇ। ਇਹ ਨਿਊਜ਼ ਸੀਗੀ। ਹੁਣ ਨਿਊਜ਼ ਦੇ ਨਾਲੋਂ ਸਾਡੇ ਲਈ ਜ਼ਿਆਦਾ ਜ਼ਰੂਰੀ ਕੀ ਹੈ ਕਿ NGT ਹੈਗੀ। NGT ਇੱਕ ਸਪੈਸ਼ਲਾਈਜ਼ਡ ਬੋਡੀ ਆ ਜਿਹਨੂੰ ਕਿ ਇੱਕ ਐਕਟ ਦੇ ਅੰਡਰ ਬਣਾਇਆ ਗਿਆ। ਉਸ ਐਕਟ ਦਾ ਨਾਮ ਹੈਗਾ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ 2010। ਤਾਂ ਮਤਲਬ ਇੱਥੇ ਸਾਨੂੰ ਇਹ ਕਲੀਅਰ ਹੁੰਦਾ ਹੈ ਕਿ ਜੋ NGT ਹੈ ਉਹ ਇੱਕ ਸਟੈਚੂਟਰੀ ਬੋਡੀ ਹੈ, ਮੀਨਸ ਉਹ ਇੱਕ ਐਕਟ ਦੇ ਅੰਡਰ ਬਣੀ ਹੈ। ਔਰ ਜਿੰਨੇ ਵੀ ਐਨਵਾਇਰਨਮੈਂਟ ਦੇ ਨਾਲ ਰਿਲੇਟਡ ਕੇਸਿਸ ਆ, ਕੋਈ ਐਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਨਾਲ ਰਿਲੇਟਡ ਕੇਸ ਹੈਗੀ ਹੈ, ਜਾਂ ਆਪਾਂ ਕੰਜ਼ਰਵੇਸ਼ਨ ਆਫ ਫੋਰੈਸਟ ਦੀ ਗੱਲ ਕਰੀਏ, ਕੋਈ ਨੈਚੁਰਲ ਰਿਸੋਰਸ ਨੂੰ ਬਚਾਉਣ ਦੀ ਗੱਲ ਆ, ਉਹਨਾਂ ਦੇ ਰਿਲੇਟਡ ਜਿੰਨੇ ਵੀ ਕੇਸ ਆ ਉਹ NGT ਹੀ ਦੇਖਦੀ ਹੈ। ਇੰਡੀਆ ਇੱਦਾਂ ਦੀ 3rd ਕੰਟਰੀ ਬਣੀ ਹੈ ਜਿੱਥੇ NGT ਹੈਗੀ ਹੈ। ਇਟ ਮੀਨਸ ਇਹ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 2 ਇੱਦਾਂ ਦੀਆਂ ਕੰਟਰੀਜ਼ ਹੈ ਜਿੱਥੇ NGT ਨੂੰ ਐਸਟੈਬਲਿਸ਼ ਕੀਤਾ ਗਿਆ, ਅਤੇ ਉਸ ਤੋਂ ਬਾਅਦ ਇੰਡੀਆ ਫਸਟ ਕੰਟਰੀ ਹੈ, 3rd ਕੰਟਰੀ ਕਹਿ ਸਕਦੇ ਹਾਂ, ਫਸਟ ਡਿਵੈਲਪਿੰਗ ਕੰਟਰੀ ਹੈ। 6 ਮੰਥ ਦਾ ਟਾਈਮ ਪੀਰੀਅਡ ਮੀਨਸ ਅਗਰ ਕੋਈ ਇੱਦਾਂ ਦਾ ਇਵੈਂਟ ਹੁੰਦਾ ਹੈ ਕਿ ਸ਼ਿਕਾਇਤ ਆਉਂਦੀ ਆ ਤਾਂ ਇਹ ਮੈਂਡੇਟਰੀ ਹੁੰਦਾ ਕਿ ਇਹਨਾਂ ਨੇ ਉਸ ਕੇਸ ਨੂੰ 6 ਮਹੀਨੇ ਦੇ ਵਿੱਚ ਕਲੋਜ਼ ਕਰਨਾ। ਠੀਕ ਹੈ ਜੀ। 5 ਜਗ੍ਹਾ ਦੀ ਸਿਟਿੰਗ ਆ। ਨਿਊ ਦਿੱਲੀ ਪ੍ਰਿੰਸੀਪਲ ਸਿਟਿੰਗ ਆ। ਉਦੋਂ ਬਿਨਾਂ ਆਪਾਂ ਗੱਲ ਕਰੀ ਤਾਂ ਭੋਪਾਲ ਦੇ ਵਿੱਚ ਆ, ਪੂਨੇ, ਕਲਕੱਤਾ, ਚੇਨਈ, ਬਾਕੀ ਹੋਰ 4 ਜਗ੍ਹਾ ਜਿੱਥੇ ਕਿ ਸਾਨੂੰ ਉਹਦੀ ਸਿਟਿੰਗ ਮਿਲਦੀ ਹੈ। ਇੱਕ ਹੋਰ ਗੱਲ, NGT ਦੀ ਜਿਹੜੀ ਇਸਟੈਬਲਿਸ਼ਮੈਂਟ ਹੋਈ ਸੀਗੀ ਉਹ ਆਰਟੀਕਲ 21 ਦਾ ਯੂਜ਼ ਕਰਕੇ ਕੀਤੀ ਗਈ ਸੀ। ਮੀਨਸ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਰਾਈਟ ਟੂ ਲਾਈਫ ਆ ਉਹਦੇ ਵਿੱਚ ਸਾਨੂੰ NGT ਦੀ ਉਸ ਆਰਟੀਕਲ ਨੂੰ ਯੂਜ਼ ਕਰਕੇ NGT ਨੂੰ ਬਣਾਇਆ ਗਿਆ ਸੀ। ਜੇ ਸਟਰਕਚਰ ਦੀ ਗੱਲ ਕਰੀਏ ਤਾਂ ਸਟਰਕਚਰ ਦੇ ਵਿੱਚ ਸਾਡੇ ਕੋਲ ਇੱਕ ਚੇਅਰਪਰਸਨ ਆ ਜਿਹੜਾ ਕਿ ਜੁਡੀਸ਼ੀਅਲ ਮੈਂਬਰ ਹੋਊਗਾ। ਇਸ ਤੋਂ ਬਿਨਾਂ ਕੁਝ ਐਕਸਪਰਟ ਮੈਂਬਰਸ ਹੋਣਗੇ। ਇਹਨਾਂ ਦਾ ਟੈਨਿਓਰ ਹੈਗਾ ਸਾਨੂੰ 5 ਸਾਲ ਦਾ ਮਿਲਦਾ ਜੀ। ਠੀਕ ਆ। ਅਤੇ ਇੱਕ ਵਾਰ ਜੋ ਬੰਦਾ ਇਲੈਕਟ ਹੋ ਗਿਆ ਐਜ਼ ਅ ਚੇਅਰਮੈਨ ਉਹ ਦੁਬਾਰਾ ਤੋਂ ਇਲੈਕਟ ਨਹੀਂ ਹੋਊਗਾ। ਚੇਅਰਮੈਨ ਮੀਨਸ ਰੀਅਪਾਇੰਟਮੈਂਟ ਦਾ ਇਹਦੇ ਵਿੱਚ ਪ੍ਰੋਗਰਾਮ ਨਹੀਂ ਹੁੰਦਾ। ਚੇਅਰਮੈਨ ਜਿਹੜਾ ਹੁੰਦਾ ਉਹਨੂੰ ਅਪਾਇੰਟ ਕੌਣ ਕਰਦਾ? ਉਹਨੂੰ ਅਪਾਇੰਟ ਕਰਦੀ ਹੈ ਜੀ ਸੈਂਟਰਲ ਗੌਰਮੈਂਟ। ਅਤੇ ਉਦੋਂ ਪਹਿਲਾਂ ਲਾਉਣ ਤੋਂ ਪਹਿਲਾਂ ਉਹ ਚੀਫ ਜਸਟਿਸ ਆਫ ਇੰਡੀਆ ਨਾਲ ਗੱਲ ਕਰਨਗੇ, ਫਿਰ ਇਹਨੂੰ ਅਪਾਇੰਟ ਕੀਤਾ ਜਾਂਦਾ ਇਸ ਦੇ ਚੇਅਰਮੈਨ। ਇਸ ਦੇ ਵਿੱਚ ਘੱਟ ਤੋਂ ਘੱਟ 10 ਮੈਂਬਰ ਹੋਣਗੇ ਅਤੇ ਵੱਧ ਤੋਂ ਵੱਧ 20 ਮੈਂਬਰ ਹੋਣਗੇ। ਇਸ ਵੀ ਅਸੀਂ ਯਾਦ ਰੱਖਣਾ ਆ। ਅਤੇ ਉਹ ਕੀ ਹੋ ਸਕਦੇ ਆ? ਫੁੱਲ ਟਾਈਮ ਜੁਡੀਸ਼ੀਅਲ ਮੈਂਬਰ ਹੋਣਗੇ ਜਾਂ ਫਿਰ ਐਕਸਪਰਟ ਵੀ ਹੋ ਸਕਦੇ ਆ। ਅਤੇ ਉਮੀਦ ਆ ਮੈਨੂੰ ਕਿ ਤੁਹਾਨੂੰ ਇਹਦੀ ਪੂਰੀ ਡਿਟੇਲ ਹੋ ਗਈ ਹੋਗੀ। ਠੀਕ ਆ, ਅੱਗੇ ਚੱਲਦੇ ਆ ਜੀ। ਨੈਕਸਟ ਹੈਗਾ ਸਾਡੇ ਕੋਲ ਗਲੋਬਲ ਫੂਡ ਪੋਲਿਸੀ ਰਿਪੋਰਟ। ਗਲੋਬਲ ਫੂਡ ਪੋਲਿਸੀ ਰਿਪੋਰਟ 2021। ਇਸ ਰਿਪੋਰਟ ਨੂੰ ਪਬਲਿਸ਼ ਕਰਨ ਵਾਲੀ ਜਿਹੜੀ ਅਥਾਰਟੀ ਉਹਦਾ ਨਾਮ ਹੈਗਾ ਸਾਡੇ ਕੋਲ ਇੰਟਰਨੈਸ਼ਨਲ ਫੂਡ ਪੋਲਿਸੀ ਰਿਸਰਚ ਇੰਸਟੀਟਿਊਟ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇੱਦਾਂ ਦੀ ਕੌਣ ਦੀ ਬੋਡੀ ਆ ਜਿਹੜੀ ਇਹਨੂੰ ਜਿਸ ਬੋਡੀ ਨੇ ਇਸ ਨੂੰ ਰਿਲੀਜ਼ ਕੀਤਾ ਇਸ ਰਿਪੋਰਟ ਨੂੰ। ਕੁਐਸਚਨ ਬਣ ਜਾਂਦਾ ਐਗਜ਼ਾਮ ਦੇ ਵਿੱਚ ਕਿ ਇਸ ਮੰਨ ਲਓ ਤੁਹਾਨੂੰ ਇਹਦਾ ਨਾਮ ਦੱਸ ਦੇਣਗੇ ਕਿ ਗਲੋਬਲ ਫੂਡ ਪੋਲਿਸੀ ਰਿਪੋਰਟ ਕਿਹਨਾਂ ਨੇ ਪਬਲਿਸ਼ ਕੀਤੀ ਆ, ਅਤੇ ਸਾਨੂੰ ਪਤਾ ਹੋਣਾ ਚਾਹੀਦਾ ਇਹਦਾ ਨਾਮ ਹੈਗਾ ਜੀ ਇੰਟਰਨੈਸ਼ਨਲ ਫੂਡ ਪੋਲਿਸੀ ਰਿਸਰਚ ਇੰਸਟੀਟਿਊਟ। थीम मोस्ट इम्पॉर्टेंट, ट्रांसफॉर्मिंग फूड सिस्टम आफ्टर कोविड-19। तो जो कोविड-19 का इशू चल रहा है कहते उस बाद आप फूड सिस्टम में ट्रांसफरिंग करना है, चेंज करना है, ये भी असी याद रखना। नैक्सट है ब्लैक सी। रशिया तो यूक्रेन का इशू चल रहा है, असी उस इशू में नहीं जा रहे। ठीक है। हाँ, उस इशू के करके जो एरिया साढ़े को ब्लैक सी का काफ़ी न्यूज़ के इस तो जितों क्वेश्चन बनने के चांस हो सकते हैं थोड़ा मैं करवाऊँगा। ब्लैक सी सब तो पहला तुसीं देखना ब्लैक सी की लोकेशन की आ, ਇਹਦੇ ਨਾਲ ਕਿਹੜੀਆਂ ਕੰਟਰੀਜ਼ ਲੱਗਦੀਆਂ, ਜਿਵੇਂ ਆਪਾਂ ਤੁਰਕੀ ਦੀ ਗੱਲ ਕਰੀਏ, ਜਾਰਜੀਆ ਦੀ ਗੱਲ ਕਰੀਏ, ਰਸ਼ੀਆ ਦੀ ਗੱਲ ਕਰੀਏ, ਯੂਕਰੇਨ ਦੀ ਗੱਲ ਕਰੀਏ, ਯੂਕਰੇਨ ਦਾ ਕ੍ਰੀਮੀਆ ਵਾਲਾ ਪਾਰਟ ਹੈ ਇਹਦੀ ਗੱਲ ਕਰੀਏ। ਠੀਕ ਆ। ਰੋਮਾਨੀਆ ਦੀ ਗੱਲ ਕਰਦੇ ਹਾਂ ਅਤੇ ਬੁਲਗੇਰੀਆ ਦੀ ਗੱਲ ਕਰਦੇ ਹਾਂ। ਇਹ ਉਹ ਕੰਟਰੀਜ਼ ਆ ਜਿਹੜੀਆਂ ਆਪਣਾ ਬਾਰਡਰ ਸ਼ੇਅਰ ਕਰਦੀਆਂ ਬਲੈਕ ਸੀ ਦੇ ਨਾਲ। ਜੇ ਮੈਂ ਤੁਹਾਨੂੰ ਥੋੜ੍ਹੇ ਵੱਡੇ ਮੈਪ 'ਚ ਦਿਖਾਵਾਂ, ਦੇਖੋ ਜੀ, ਯੂਰੋਪ ਦੇ ਅਤੇ ਜੇ ਮੈਂ ਗੱਲ ਕਰਾਂ ਥੋੜ੍ਹੀ ਜਿਹੀ ਏਸ਼ੀਆ ਦਾ ਕੁਛ ਪਾਰਟ ਦੇ ਵਿੱਚ ਕਵਰ ਹੋ ਜਾਂਦਾ ਆ ਇਸ ਏਰੀਆ ਦਾ।
ਬਲੈਕ ਸੀ ਦੇ ਨਾਲ ਇੱਕ ਉੱਪਰ ਛੋਟਾ ਜਿਹਾ ਸੀ ਹੈ, ਸੀ ਆਫ ਅਜ਼ੋਵ, ਇਹ ਵੀ ਤੁਸੀਂ ਯਾਦ ਰੱਖਣਾ। ਬਲੈਕ ਸੀ ਤੇ ਅਜ਼ੋਵ ਸੀ ਨੂੰ ਜੋੜਨ ਦੇ ਲਈ ਇੱਥੇ ਇੱਕ ਛੋਟੀ ਜਿਹੀ ਵਾਟਰ ਬੋਡੀ ਜਿਸ ਦਾ ਨਾਮ ਹੈਗਾ ਜੀ ਸਟ੍ਰੇਟ ਆਫ ਕਰਚ ਜਾਂ ਕਰਚ ਸਟ੍ਰੇਟ ਵੀ ਇਹਨੂੰ ਕਹਿੰਦੇ ਆ। ਫਿਰ ਸਾਡੇ ਕੋਲ ਇੱਕ ਹੋਰ ਇੱਥੇ ਸੀ ਆਫ ਮਰਮਰਾ, ਉਹ ਤੋਂ ਬਾਅਦ ਹੈਗਾ ਜੀ ਏਜੰਸੀ। ਇਹਨਾਂ ਸੀਜ਼ ਦੇ ਨਾਮ ਯਾਦ ਰੱਖਣੇ ਆ, ਬਹੁਤ ਇੰਪੋਰਟੈਂਟ ਪਾਰਟ ਆ। ਜੇ ਆਪਾਂ ਗੱਲ ਕਰੀਏ ਮੈਡੀਟੇਰੀਅਨ ਸੀ, ਅਸੀਂ ਤੁਰਕਿਸ਼ ਸਟ੍ਰੇਟ ਦੇ ਨਾਲ ਹੀ ਐਗਾ ਸੀ ਜਾਂਦੇ ਹਾਂ, ਠੀਕ ਹੈ ਜੀ। ਇਹ ਹੋ ਗਿਆ ਐਗਨ ਸੀ। ਫਿਰ ਹੈਗਾ ਸੀ ਆਫ ਮਰਮਰਾ, ਉਹ ਤੋਂ ਬਾਅਦ ਹੈਗਾ ਬਲੈਕ ਸੀ, ਅਤੇ ਉਸ ਤੋਂ ਟੌਪ 'ਤੇ ਹੈਗਾ ਸੀ ਆਫ ਅਜ਼ੋ। ਬੋਸਫੋਰਸ ਸਟੇਟ ਆ ਜੋ ਕਿ ਸੀ ਆਫ ਮਰਮਰਾ ਨੂੰ ਜੁਆਇਨ ਕਰਾਉਂਦੀ ਹੈ ਜੀ ਐਗਨ ਸੀ ਦੇ ਨਾਲ, ਸੌਰੀ ਸੀ ਆਫ ਮਰਮਰਾ ਨੂੰ ਕਰਦੀ ਹੈ ਬਲੈਕ ਸੀ ਦੇ ਨਾਲ, ਅਤੇ ਉਦੋਂ ਬਾਅਦ ਹੈਗਾ ਸਾਡੇ ਕੋਲ ਜੀ ਸਟ੍ਰੇਟ ਆਫ ਦਾਰਦਨਲਿੰਸ, ਇਹ ਕਨੈਕਟ ਕਰਦੀ ਆ ਸੀ ਆਫ ਮਰਮਰਾ ਨੂੰ ਅਗਨ ਸੀ ਦੇ ਨਾਲ। ਮਤਲਬ ਤੁਸੀਂ ਜਿਹੜੀਆਂ ਸਟੇਟਸ ਆ, ਇੱਕ ਤਾਂ ਕਰਚ ਸਟੇਟ ਯਾਦ ਰੱਖਣੀ ਆ ਅਤੇ ਦੂਜੀ ਯਾਦ ਰੱਖਣੀ ਆ ਬੋਸਫੋਰਸ ਸਟੇਟ, ਉਹ ਸਾਨੂੰ ਇਸ ਏਰੀਏ 'ਚ ਮਿਲਦੀ ਹੈ, ਇਸਤਾਨਬੁਲ ਏਰੀਏ 'ਚ। ਅੱਗੇ ਚੱਲਦੇ ਹਾਂ। ਨੈਕਸਟ ਸਾਡੇ ਕੋਲ ਖਬਰ ਹੈਗੀ ਆ ਜੀ ਗ੍ਰੇਟ ਇੰਡੀਅਨ ਬਸਟਰਡ ਦੇ ਰਿਲੇਟਡ। ਜੋ ਗ੍ਰੇਟ ਇੰਡੀਅਨ ਬਸਟਰਡ ਆ, ਇਹ ਜੋ ਪਾਕਿਸਤਾਨ ਦਾ ਕੁਛ ਏਰੀਆ ਚੋਲਿਸਤਾਨ ਵਾਲਾ, ਉੱਥੇ ਦੇਖੇ ਗਏ ਆ, ਅਤੇ ਇਹਦੇ ਬਾਰੇ ਆਪਾਂ ਡਿਟੇਲ ਦੇਖਦੇ ਹਾਂ। ਜਿਹੜਾ ਇਹ ਗੱਲ ਅਸੀਂ ਕਰ ਰਹੇ ਹਾਂ ਜੀ ਗ੍ਰੇਟ ਇੰਡੀਅਨ ਬਸਟਰਡ ਦੀ, ਕਾਫੀ ਫੇਵਰੇਟ ਟੌਪਿਕ ਆ ਸਾਡੇ ਪੰਜਾਬ ਗੌਰਮੈਂਟ ਦੇ ਐਗਜ਼ਾਮਸ ਦਾ। ਦੇਖਦੇ ਹਾਂ, ਇੱਦਾਂ ਦਾ ਦਿਖਦਾ ਸਾਨੂੰ ਇਹਦੀ ਪਿਕਚਰ ਪਤਾ ਲੱਗ ਗਈ ਹੈ ਜੀ। ਹੈਵੀਐਸਟ ਫਲਾਈਂਗ ਬਰਡ ਹੈ ਇਹ ਵਰਲਡ ਦਾ, ਮੀਨਸ ਦੁਨੀਆ ਦਾ ਜਿਹੜੇ ਭਾਰੀ ਉੱਡਣ ਵਾਲੇ ਪੰਛੀ ਉਹਨਾਂ ਵਿੱਚੋਂ ਇੱਕ ਹੈ ਇਹ। ਨੋਰਮਲੀ ਸਾਨੂੰ ਡਰਾਈ ਗ੍ਰਾਸਲੈਂਡਸ ਮਿਲੂਗਾ, ਅਤੇ ਸਾਨੂੰ ਇਹਦੀ ਅਵੇਲੇਬਿਲਿਟੀ ਆ ਉਹ ਇੰਡੀਅਨ ਸਬ ਕੰਟੀਨੈਂਟ 'ਚ ਮਿਲਦੀ ਆ। ਮਤਲਬ ਇੰਡੀਆ ਦਾ ਕੁਛ ਪਾਰਟ ਹੋਊਗਾ, ਕੁਛ ਪਾਰਟ ਪਾਕਿਸਤਾਨ ਦਾ ਹੋਊਗਾ, ਜਿੱਥੇ ਕਿ ਸਾਨੂੰ ਇਹ ਮਿਲਦਾ। ਜਿਵੇਂ ਇੰਡੀਆ ਵਾਲੀ ਸਾਈਡ 'ਤੇ ਗੱਲ ਕਰਾਂ, ਰਾਜਸਥਾਨ ਹੋ ਗਿਆ, ਗੁਜਰਾਤ ਹੋ ਗਿਆ, ਇਹਦੇ ਮੇਜਰ ਏਰੀਏ ਆ। ਹਾਂ, ਕੁਛ ਸਾਨੂੰ ਕਦੇ ਕਦੇ ਇਹ ਜਿਹੜਾ ਗ੍ਰੇਟ ਇੰਡੀਅਨ ਬਸਟਰਡ ਆ, ਕੁਛ ਇਹਦੀ ਪਾਪੂਲੇਸ਼ਨ ਸਾਨੂੰ ਮਹਾਰਾਸ਼ਟਰ 'ਚ ਮਿਲ ਸਕਦੀ ਹੈ, ਕਰਨਾਟਕਾ 'ਚ ਮਿਲ ਸਕਦੀ ਹੈ, ਅਤੇ ਆਂਧਰਾ ਪ੍ਰਦੇਸ਼ ਵੀ ਮਿਲਦੀ ਹੈ। ਕੰਜ਼ਰਵੇਸ਼ਨ ਦੇ ਨਜ਼ਰੀਏ ਨਾਲ ਜੇ ਆਪਾਂ ਦੇਖੀਏ, ਇਹ ਕ੍ਰਿਟੀਕਲੀ ਇੰਡੇਂਜਰਡ ਆ, ਜਿਹੜੀ ਕਿ ਇੰਪੋਰਟੈਂਟ ਗੱਲ ਤੁਸੀਂ ਯਾਦ ਰੱਖਣੀ ਆ। ਇੰਡੀਅਨ ਜਿਹੜਾ ਬਸਟਰਡ ਆ ਉਹ ਕ੍ਰਿਟੀਕਲੀ ਇੰਡੇਂਜਰਡ ਹੈ। ਅਤੇ ਜੇ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੀ ਗੱਲ ਕਰੀਏ, ਉਹਦੇ ਸ਼ਡਿਊਲ 1 'ਚ ਇਹਨੂੰ ਰੱਖਿਆ ਗਿਆ। ਤੁਸੀਂ ਦੋਨਾਂ ਲਿਸਟਾਂ ਬਾਰੇ ਯਾਦ ਰੱਖਣਾ। ਉਹ ਤੋਂ ਬਾਅਦ ਹੈਗਾ ਆਦਿਤਿਆ L1। ਆਦਿਤਿਆ L1 ਸਾਡੇ ਕੋਲ ਇੱਕ ਸੈਟਲਾਈਟ ਆ, ਠੀਕ ਹੈ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਕੀ ਹੈ ਜੀ, ਇੱਕ ਸੈਟਲਾਈਟ ਕਹਿ ਸਕਦੇ ਹਾਂ, ਪ੍ਰੋਗਰਾਮ ਕਹਿ ਸਕਦੇ ਹਾਂ, ਜਿਹਦਾ ਕੰਮ ਕੀ ਆ ਸਨ ਦੀ ਸਟੱਡੀ ਕਰਨਾ। ਨੈਕਸਟ ਈਅਰ ਅਸੀਂ ਇਹਨੂੰ ਲਾਂਚ ਕਰਨ ਲੱਗੇ ਹਾਂ, ਅਤੇ ਗੱਲ ਯਾਦ ਰੱਖਣਾ, ਇਹ ਸਨ ਦੇ ਕੋਲ ਨਹੀਂ ਜਾਊਗਾ, ਇਹਨੂੰ ਅਸੀਂ ਸਨ ਅਤੇ ਅਰਥ ਦੇ ਵਿੱਚ ਇੱਕ ਇੱਦਾਂ ਦਾ ਪੁਆਇੰਟ ਆਉਂਦਾ ਜਿੱਥੇ ਅਰਥ ਅਤੇ ਸਨ ਦੀ ਜਿਹੜੀ ਗ੍ਰੈਵੀਟੇਸ਼ਨ ਪੁੱਲ ਆ ਉਹ ਜ਼ੀਰੋ ਹੋ ਜਾਂਦੀ ਹੈ। ਉੱਥੇ ਅਸੀਂ ਇਹਨੂੰ ਸਟੈਬਲਿਸ਼ ਕਰ ਦੇਣਾ, ਉਸ ਤੋਂ ਬਾਅਦ ਇਹ ਆਪਣੀ ਸਟੱਡੀ ਕਰੂਗਾ। ਐਗਜ਼ਾਮ ਪਰਸਪੈਕਟਿਵ ਲਈ ਬਸ ਤੁਸੀਂ ਇੰਨਾ ਖਿਆਲ ਰੱਖਿਓ, ਆਦਿਤਿਆ L1 ਕਿਸ ਕੰਮ ਲਈ ਇਹਨੂੰ ਯੂਜ਼ ਕਰਾਂਗੇ ਅਸੀਂ, ਸੂਰਜ ਦੀ ਸਟੱਡੀ ਦੇ ਲਈ। ਆਪਦੇ ਨਾਲ 7 ਪੇਲੋਡ ਲੈ ਕੇ ਜਾਊਗਾ, ਥੋੜ੍ਹੀਆਂ ਡਿਟੇਲਸ ਦਾ ਜਿਹੜੀ ਮੈਂ ਇੰਪੋਰਟੈਂਟ ਗੱਲ ਦੱਸ ਦਿੱਤੀ ਹੈ ਕਿ ਇੱਕ ਤਾਂ ਉਹਨੂੰ ਸਟੈਬਲਿਸ਼ ਕਿਤੇ ਕੀਤਾ ਜਾਊਗਾ ਜਿੱਥੇ ਅਰਥ ਅਤੇ ਸਨ ਦੀ ਜਿਹੜੀ ਗ੍ਰੈਵੀਟੇਸ਼ਨ ਪੁੱਲ ਆ ਉਹ ਜ਼ੀਰੋ ਹੋ ਜਾਵੇ, ਉਹਨੂੰ ਅਸੀਂ ਕਹਿੰਦੇ ਹਾਂ ਜੀ L1 ਲੈਗਰੇਨੀਅਨ ਪੁਆਇੰਟ 1, ਤਾਂ ਹੀ ਇਹਦਾ ਨਾਮ ਹੈਗਾ ਜੀ ਆਦਿਤਿਆ L1, ਜੋ ਕਿ ਸਾਡੀ ਅਰਥ ਤੋਂ 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਹੈ, ਠੀਕ ਆ। 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਆ ਅਰਥ ਤੋਂ। ਚਲੋ ਅੱਗੇ ਚੱਲਦੇ ਹਾਂ ਜੀ। ਇਹ ਪਿਕਚਰ ਆ ਉਹਦੀ, ਸ਼੍ਰੀ ਹਰੀਕੋਟਾ ਤੋਂ ਅਸੀਂ ਇਹਨੂੰ ਲਾਂਚ ਕਰਾਂਗੇ। PSLV ਮੀਨਸ ਪੋਲਾਰ ਸੈਟਲਾਈਟ ਲਾਂਚ ਵਹੀਕਲ, ਇਹਨੂੰ ਲੈ ਕੇ ਜਾਊਗਾ ਉੱਪਰ। ਇਹ ਵੀ ਚੀਜ਼ਾਂ ਅਸੀਂ ਯਾਦ ਕਰਨੀਆਂ, ਇੱਦਾਂ ਦਾ ਇਹ ਸੈਟਲਾਈਟ ਹੋਊਗਾ। ਨੈਕਸਟ ਨਿਊਜ਼ ਸਾਡੇ ਕੋਲ ਹੈਗੀ ਆ ਇਨਕਲੂਸਿਵ ਇੰਟਰਨੈਟ ਇੰਡੈਕਸ 2021। ਇਹਨੂੰ ਰਿਲੀਜ਼ ਕੀਤਾ ਗਿਆ ਇਕਨੋਮਿਸਟ ਇੰਟੈਲੀਜੈਂਸ ਯੂਨਿਟ EIU ਨੇ ਇਹਨੂੰ ਲਾਂਚ ਕੀਤਾ। ਮੋਸਟ ਇੰਪੋਰਟੈਂਟ ਗੱਲ, ਜੋ ਕਿ ਪਾਰਟਨਰਸ਼ਿਪ ਹੈਗਾ ਜੀ ਫੇਸਬੁੱਕ ਦਾ, ਉਹਦੇ ਨਾਲ ਮਿਲ ਕੇ ਇਹਨਾਂ ਨੇ ਇਹਨੂੰ ਸਟਾਰਟ ਕੀਤਾ। ਇਸ ਇੰਡੈਕਸ ਦੇ ਵਿੱਚ ਟੌਪ ਦੀ ਜੇ ਗੱਲ ਕਰਾਂ ਤਾਂ ਸਵੀਡਨ ਟੌਪ 'ਤੇ ਆ, ਬਿਲਕੁਲ ਸਭ ਤੋਂ ਪਹਿਲੇ ਨੰਬਰ 'ਤੇ ਕੰਟਰੀ ਆ। ਉਸ ਤੋਂ ਬਾਅਦ USA ਅਤੇ ਸਪੇਨ ਆ, ਅਤੇ ਇੰਡੀਆ ਦਾ ਜਿਹੜਾ ਨੰਬਰ ਆ ਉਹ 120 ਕੰਟਰੀਆਂ ਦੇ ਵਿੱਚੋਂ 49th ਮੀਨਸ 49ਵੇਂ ਨੰਬਰ 'ਤੇ ਆ, ਜੋ ਕਿ ਇੱਕ ਜ਼ਿਆਦਾ ਵਧੀਆ ਨੰਬਰ ਨਹੀਂ ਹੈਗਾ ਅਸੀਂ ਕਹਿ ਸਕਦੇ ਹਾਂ। ਹਾਂ, ਲੇਕਿਨ ਇਹਦਾ ਰੈਂਕ ਜ਼ਰੂਰ ਯਾਦ ਕਰ ਲਿਓ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਇੰਟਰਨੈਟ ਦੇ ਰਿਲੇਟਡ ਇਹ 49th ਨੰਬਰ 'ਤੇ ਆ, ਅਤੇ ਟੌਪ 'ਤੇ ਸਵੀਡਨ ਕੰਟਰੀ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਹੈਗਾ ਸਾਡੇ ਕੋਲ ਵਰਲਡ ਹੈਰੀਟੇਜ ਡੇ। 18 ਅਪ੍ਰੈਲ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਵਰਲਡ ਹੈਰੀਟੇਜ ਡੇ। ਸੈਲੀਬ੍ਰੇਟ ਕਰਦੇ ਹਾਂ ਜੀ ਐਜ਼ ਇੰਟਰਨੈਸ਼ਨਲ ਡੇ ਫॉर ਮੋਨੂਮੈਂਟਸ ਐਂਡ ਸਾਈਟਸ। ਵਰਲਡ ਹੈਰੀਟੇਜ ਡੇ ਦਾ ਇੱਕ ਹੋਰ ਨਾਮ ਹੈਗਾ ਸਾਡੇ ਕੋਲ, ਦਾ ਕੀ ਮਤਲਬ ਬਣਦਾ ਜੀ, ਇੰਟਰਨੈਸ਼ਨਲ ਡੇ ਫॉर ਮੋਨੂਮੈਂਟਸ ਐਂਡ ਸਾਈਟਸ। ਇਹਨੂੰ ਅਸੀਂ ਵਰਲਡ ਹੈਰੀਟੇਜ ਡੇ ਦੇ ਨਾਲ ਵੀ ਜਾਣਦੇ ਹਾਂ। ਜੇ ਆਪਾਂ ਥੀਮ ਦੀ ਗੱਲ ਕਰੀਏ, ਇਸ ਸਾਲ ਦਾ ਜਿਹੜਾ ਥੀਮ ਹੈਗਾ ਕੰਪਲੈਕਸ ਪਾਸਟ
ਡਾਈਵਰਸ ਫਿਊਚਰ। ਠੀਕ ਆ, ਯਾਦ ਰੱਖਿਓ ਦਾ ਥੀਮ। ਯੂਨੈਸਕੋਜ਼ ਵਰਲਡ ਹੈਰੀਟੇਜ ਸਾਈਟ ਕੀ ਹੁੰਦੀਆਂ, ਆਪਾਂ ਉਹਨਾਂ ਬਾਰੇ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਇੱਕ ਯੂਨੈਸਕੋਜ਼ ਲੈ ਕੇ ਆਉਂਦਾ ਸਾਡੇ ਕੋਲ ਕੁਛ ਇੱਦਾਂ ਦੀਆਂ ਸਾਈਟ ਜਿਹੜੀਆਂ ਕਿ ਵਰਲਡ ਦੇ ਲਈ ਕਾਫੀ ਇੰਪੋਰਟੈਂਟ ਹੁੰਦੀਆਂ ਆ। ਇੰਡੀਆ ਦੇ ਵਿੱਚ ਜਦੋਂ ਮੈਂ ਕਰੰਟ ਅਫੇਅਰ ਤਿਆਰ ਕੀਤੀ ਸੀ ਸਾਡੇ ਕੋਲ 38 ਸੀਗੀਆਂ, ਲੇਕਿਨ ਜੋ ਮੈਂ ਐਟ ਪ੍ਰੈਜ਼ੈਂਟ ਦੀ ਗੱਲ ਕਰਾਂ, ਜਿਸ ਦਿਨ ਮੈਂ ਰਿਕਾਰਡਿੰਗ ਕਰ ਰਿਹਾ ਅਗਸਤ ਦੇ ਵਿੱਚ, ਇਸ ਦਿਨ ਤੱਕ ਸਾਡੇ ਕੋਲ 40 ਸਾਈਟਸ ਹੋ ਚੁੱਕੀਆਂ ਆ। ਅਗਲੀਆਂ ਕਲਾਸਿਸ ਦੇ ਵਿੱਚ ਮੇਰੀ ਚੀਜ਼ਾਂ ਹੋਣਗੀਆਂ। ਟੋਟਲ ਇੱਥੇ 38 ਨਹੀਂ ਹੈਗੀਆਂ, 40 ਆ ਜੀ, ਧਿਆਨ ਰੱਖ ਲਿਓ, ਨੋਟ ਕਰ ਲਿਓ ਪਲੀਜ਼। ਇਹਨਾਂ 38 ਦੇ ਵਿੱਚੋਂ ਸਾਡੇ ਕੋਲ 30 ਇੱਦਾਂ ਦੀਆਂ ਜਿਹੜੀਆਂ ਕਿ ਸਾਡੇ ਕੋਲ ਹੈਗੀਆਂ ਜੀ ਕਲਚਰਲ ਸਾਈਟ, 7 ਇੱਦਾਂ ਦੀਆਂ ਸਾਈਟ ਆ ਜਿਹੜੀਆਂ ਸਾਡੇ ਕੋਲ ਹੈਗੀਆਂ ਜੀ ਨੈਚੁਰਲ ਸਾਈਟ, ਅਤੇ 1 ਹੈਗੀ ਆ ਮਿਕਸਡ ਸਾਈਟ। ਪਹਿਲਾਂ ਤਾਂ ਆਪਾਂ ਮਿਕਸਡ ਵਾਲੇ ਪੜ੍ਹ ਲਈਏ। ਜਿਹੜੀ ਮਿਕਸਡ ਹੈਗੀ ਉਹਦਾ ਨਾਮ ਹੈਗਾ ਜੀ ਕੰਚਨਜੰਗਾ ਨੈਸ਼ਨਲ ਪਾਰਕ। ਬਹੁਤ ਇੰਪੋਰਟੈਂਟ ਗੱਲ ਆ, ਕਲਚਰਲ ਵੀ ਹੈ ਇਹ ਅਤੇ ਨੈਚੁਰਲ ਵੀ ਹੈ। ਅਸੀਂ ਨੈਚੁਰਲ ਦੀ ਗੱਲ ਕਰੀਏ, ਸਾਡੇ ਕੋਲ ਕਿਹੜੇ ਕਿਹੜੇ ਨੈਚੁਰਲ ਆ ਜੀ। ਕਾਜ਼ੀਰੰਗਾ ਵਾਈਲਡ ਲਾਈਫ ਸੈਂਚੁਰੀ ਹੋ ਗਈ ਅਸਮ ਦੇ ਵਿੱਚ, ਸੁੰਦਰਬਨ ਨੈਸ਼ਨਲ ਪਾਰਕ ਹੋ ਗਿਆ ਵੈਸਟ ਬੰਗਾਲ ਦੇ ਵਿੱਚ, ਗ੍ਰੇਟ ਹਿਮਾਲਯਨ ਨੈਸ਼ਨਲ ਪਾਰਕ ਹੋ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਮਾਨਸ ਵਾਈਲਡ ਲਾਈਫ ਸੈਂਚੁਰੀ ਸਾਨੂੰ ਅਸਮ ਦੇ ਵਿੱਚ ਮਿਲਦੀ ਆ, ਕੋਲੈਡੋ ਨੈਸ਼ਨਲ ਪਾਰਕ ਸਾਨੂੰ ਭਰਤਪੁਰ ਰਾਜਸਥਾਨ ਦੇ ਵਿੱਚ ਮਿਲਦਾ, ਨੰਦਾ ਦੇਵੀ ਐਂਡ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਸਾਨੂੰ ਉੱਤਰਾਖੰਡ ਦੇ ਵਿੱਚ ਮਿਲਦਾ, ਅਤੇ ਵੈਸ਼ਨੋ ਘਾਟ। ਹੁਣ ਇਹਨਾਂ ਨੂੰ ਯਾਦ ਕਰਨ ਦੇ ਸਾਨੂੰ 2 ਬੈਨੀਫਿਟ ਹੋ ਜਾਣੇ ਆ। ਇੱਕ ਤਾਂ ਸਾਨੂੰ ਇਹ ਪਤਾ ਲੱਗ ਜੂਗਾ ਕਿ ਜਿਹੜੇ ਨੈਸ਼ਨਲ ਪਾਰਕ ਆ ਜਾਂ ਵਾਈਲਡ ਲਾਈਫ ਸੈਂਚੁਰੀਜ਼ ਆ ਉਹ ਕਿਹੜੀ ਸਟੇਟ ਦੇ ਵਿੱਚ ਆ। ਜੇ ਯੂਨੈਸਕੋ 'ਚੋਂ ਨਾ ਵੀ ਕੁਐਸਚਨ ਆਇਆ ਤਾਂ ਤੁਹਾਨੂੰ ਇੱਦਾਂ ਦਾ ਕੁਐਸਚਨ ਮਿਲ ਸਕਦਾ ਕਿ ਇਹ ਏਰੀਆ ਕਿਹੜੇ ਸਟੇਟ ਦੇ ਵਿੱਚ ਪੈਂਦਾ, ਤਾਂ ਤੁਸੀਂ ਚਾਹੇ ਉਸ ਪਰਸਪੈਕਟਿਵ ਨਾਲ ਯਾਦ ਕਰ ਲਿਓ, ਚਾਹੇ ਵੈਸੇ, ਤਾਂ ਇਹਨਾਂ ਨੂੰ ਇੱਕ ਵਾਰ ਗੋ ਥਰੂ ਜ਼ਰੂਰ ਹੋ ਲਿਓ। ਇਹ 30 ਆ, ਇਹ ਮੈਂ ਤੁਹਾਨੂੰ ਦਿਖਾ ਦਿੰਦਾ। ਠੀਕ ਹੈ ਜੀ, ਕੋਸ਼ਿਸ਼ ਕਰਿਓ ਇਹਨਾਂ ਨੂੰ ਤੁਸੀਂ ਵੀਡੀਓ ਨੂੰ ਪੌਜ਼ ਕਰ ਕਰਕੇ ਰੀਡ ਕਰ ਲਿਓ। ਇੰਪੋਰਟੈਂਟ ਆ, ਜਿਵੇਂ ਆਗਰਾ ਦਾ ਫੋਰਟ ਹੋ ਗਿਆ, ਫਤਿਹਪੁਰ ਸਿਕਰੀ ਹੋ ਗਿਆ, ਰਾਣੀ ਕੀ ਵਾਰ ਹੋ ਗਈ। ਠੀਕ ਹੈ ਜੀ, ਕਾਫੀ ਚੀਜ਼ਾਂ ਆ। ਹਾਂ, ਜਿਹੜੀਆਂ 39 ਅਤੇ 40 ਜਿਹੜੇ ਐਡ ਹੋਏ ਆ ਉਹ ਮੈਂ ਨੋਟ ਕਰਵਾ ਦਿੰਦਾ, ਪਲੀਜ਼ ਨੋਟ ਕਰ ਲਿਓ। ਹਾਲਾਂਕਿ ਜੋ ਅੱਗੇ ਦੇ ਕਰੰਟ ਅਫੇਅਰਸ ਹੋਣਗੇ ਉੱਥੇ ਹੋਣਗੇ ਉਹ, ਫਿਰ ਵੀ ਨੋਟ ਕਰ ਲਓ। ਰੰਪਾ ਟੈਂਪਲ ਸਾਨੂੰ ਤੇਲੰਗਾਨਾ 'ਚ ਮਿਲਦਾ। ਰੰਪਾ ਟੈਂਪਲ, ਜੋ ਰੰਪਾ ਟੈਂਪਲ ਆ ਉਹ 39th ਸਾਡੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ। ਠੀਕ ਹੈ ਜੀ, ਕਲਚਰਲ ਸਾਈਟ ਆ, ਉਹ ਨੈਚੁਰਲ ਸਾਈਟ ਨਹੀਂ ਹੈਗੀ। ਉਸ ਤੋਂ ਬਾਅਦ ਸਾਡੇ ਕੋਲ ਹੈਗਾ 40 ਨੰਬਰ 'ਤੇ ਧੌਲਾਵੀਰਾ। ਜੇ ਆਪਾਂ ਹੜੱਪਨ ਸੱਭਿਅਤਾ ਦੀ ਗੱਲ ਕਰੀਏ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰੀਏ, ਉੱਥੇ ਸਾਨੂੰ ਇੱਕ ਸਿਟੀ ਮਿਲਦੀ ਆ ਧੌਲਾਵੀਰਾ, ਅਤੇ ਧੌਲਾਵੀਰਾ ਸਾਨੂੰ ਗੁਜਰਾਤ ਦੇ ਵਿੱਚ ਮਿਲਦੀ ਆ। ਉਹਨੂੰ ਵੀ ਯੂਨੈਸਕੋ ਦੇ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਕੰਸੀਡਰ ਕੀਤਾ ਗਿਆ। ਉਹ ਸਾਡੀ 40ਵੀਂ ਮੀਨਸ 40th ਵਰਲਡ ਹੈਰੀਟੇਜ ਸਾਈਟ ਆ ਇੰਡੀਆ ਦੀ। ਉਮੀਦ ਹੈ ਤੁਸੀਂ ਨੋਟ ਕੀਤਾ ਹੋਊਗਾ। ਅੱਗੇ ਚੱਲਦੇ ਹਾਂ ਜੀ। ਨੈਕਸਟ ਹੈਗਾ ਲਿੰਗਰਾਜਾ ਟੈਂਪਲ। ਤਾਂ ਯਾਦ ਰੱਖਿਓ, ਇਸ ਟੈਂਪਲ ਸਾਨੂੰ ਸ਼ਿਵਾ ਨੂੰ ਡੈਡੀਕੇਟਡ ਆ, ਮੀਨਸ ਸ਼ਿਵਾ ਦੀ ਯਾਦ ਵਿੱਚ ਬਣਾਇਆ ਗਿਆ ਹੈਗਾ, ਅਤੇ ਭੁਵਨੇਸ਼ਵਰ ਉੜੀਸਾ 'ਚ ਇਹ ਸਟੈਬਲਿਸ਼ ਕੀਤਾ ਗਿਆ। ਜੇ ਬਾਕੀ ਟੈਂਪਲਸ ਬਾਰੇ ਤੁਸੀਂ ਪੜ੍ਹਨਾ ਹੋਇਆ ਤਾਂ ਮੇਰਾ YouTube 'ਤੇ ਇੱਕ ਲੈਕਚਰ ਹੈਗਾ ਆ, ਹਿੰਦੀ ਦੇ ਵਿੱਚ ਮੈਨੂੰ ਰਿਕਾਰਡ ਕੀਤਾ ਜੀ, ਸਟੈਟਿਕ ਜੀਕੇ ਦਾ। ਉਹਦੇ ਵਿੱਚ ਕਾਫੀ ਸਾਰੇ ਟੈਂਪਲਸ ਹੈਗੇ ਆ, ਬਾਕੀ ਬਹੁਤ ਕੁਛ ਆ। ਤੁਸੀਂ ਜੇ ਉਸ ਵੀਡੀਓ ਨੂੰ ਸੁਣ ਲਓਗੇ ਤਾਂ ਤੁਹਾਨੂੰ ਹੋਰ ਕਿਤੋਂ ਵੀ ਸਟੈਟਿਕ ਜੀਕੇ ਕਰਨ ਦੀ ਲੋੜ ਨਹੀਂ ਪਊਗੀ। ਚਲੋ ਅੱਗੇ ਚੱਲਦੇ ਹਾਂ ਜੀ। ਨਾਸਾਜ਼ ਇੰਜੈਨਿਟੀ ਮਾਰਸ ਹੈਲੀਕਾਪਟਰ। ਤੋ ਨਾਸਾ ਦਾ ਇੱਕ ਹੈਲੀਕਾਪਟਰ ਇੱਦਾਂ ਦਾ ਜੋ ਕਿ ਮਾਰਸ 'ਤੇ ਉਤਰ ਚੁੱਕਾ ਹੈ। ਪਹਿਲਾਂ ਇਹਦੀ ਪਿਕਚਰ ਦੇਖ ਲਓ। ਇਹਦਾ ਨਾਮ ਹੈਗਾ ਜੀ ਇੰਜੈਨਿਟੀ, ਨਾਮ ਯਾਦ ਰੱਖ ਲਿਓ। ਅਤੇ ਜੋ ਮਾਰਸ ਦੇ ਉੱਤੇ ਮਿਸ਼ਨ ਭੇਜਿਆ ਗਿਆ ਸੀਗਾ ਪ੍ਰਿਜ਼ਰਵੈਂਸ ਰੋਵਰ ਨਾਸਾ ਦੇ ਦੁਆਰਾ, ਉਹਦੇ ਵਿੱਚੋਂ ਇਹ ਨਿਕਲਿਆ ਆ, ਅਤੇ ਇਹਨੇ ਤੇ ਦੇਖੂਗਾ ਵਾਟਰ ਦੀ ਅਵੇਲੇਬਿਲਿਟੀ ਹੈ ਕਿ ਨਹੀਂ ਹੈ, ਮੀਨਸ ਕਾਫੀ ਚੀਜ਼ਾਂ ਇਹ ਰਿਸਰਚ ਕਰੂਗਾ। ਉਮੀਦ ਹੈ ਸਾਨੂੰ ਅਗਲੇ ਆਉਣ ਵਾਲੇ ਫਿਊਚਰ ਟਾਈਮ ਦੇ ਵਿੱਚ ਮਾਰਸ ਬਾਰੇ ਕਾਫੀ ਡਿਟੇਲ ਮਿਲ ਜੂਗੀ। ਅਤੇ ਇਸ ਐਗਜ਼ਾਮ ਪਰਸਪੈਕਟਿਵ ਨਾਲ ਤੁਸੀਂ ਇਸ ਨਿਊਜ਼ ਨੂੰ ਕਿਵੇਂ ਯਾਦ ਰੱਖਣਾ। ਇੱਕ ਤਾਂ ਇੰਜੈਨਿਟੀ ਨਾਮ ਕੀ ਇੱਕ ਹੈਲੀਕਾਪਟਰ ਆ, ਇਹਨੂੰ ਲੈ ਕੇ ਕੌਣ ਗਿਆ ਸੀਗਾ ਜੀ, ਪ੍ਰਿਜ਼ਰਵੈਂਸ, ਜੋ ਕਿ ਇੱਕ ਰੋਵਰ ਸੀਗਾ। ਠੀਕ ਹੈ, ਇਹ ਆਪਾਂ ਅੱਗੇ ਕੀਤਾ ਹੋਇਆ, ਅਤੇ ਰੈੱਡ ਪਲੈਨਟ 'ਤੇ ਗਿਆ, ਅਤੇ ਰੈੱਡ ਪਲੈਨਟ ਕਿਹਦਾ ਨਾਮ ਆ ਜੀ, ਮਾਰਸ ਦਾ। ਇਸ ਦੇ ਨਾਲ ਨਾਲ ਹੀ ਮਾਰਸ ਬਾਰੇ ਵੀ ਸਾਨੂੰ ਕਾਫੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਆ। ਅਤੇ ਜੇ ਤੁਸੀਂ ਮਾਰਸ ਬਾਰੇ ਚੀਜ਼ਾਂ ਬਾਰੇ ਪੜ੍ਹਨਾ ਹੈਗਾ ਤਾਂ ਮੇਰੇ ਜੀਓਗ੍ਰਾਫੀ ਦੇ ਲੈਕਚਰਸ ਰਿਕਾਰਡ ਆ, ਉਹ ਵੀ YouTube 'ਤੇ ਤੁਸੀਂ ਉਹਨਾਂ ਨੂੰ ਇੱਕ ਵਾਰ ਦੇਖ ਲਿਓ, ਉੱਥੋਂ ਤੁਹਾਨੂੰ ਮਾਰਸ ਦੇ ਬਾਰੇ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਨੈਕਸਟ ਚੱਲਦੇ ਹਾਂ, ਸੁਦਰਸ਼ਨ ਸੈਨ ਕਮੇਟੀ। ਸੁਦਰਸ਼ਨ ਸੈਨ ਕਮੇਟੀ ਜਿਹੜੀ ਬਣਾਈ ਗਈ ਆ RBI ਦੇ ਦੁਆਰਾ, ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਤੁਸੀਂ, ਇਹਦਾ ਕੰਮ ਇਹ ਹੈਗਾ ਕਿ ਜੋ ਸਾਡੇ ਕੋਲ ਐਸਟ ਰੀਕਨਸਟਰਕਸ਼ਨ ਕੰਪਨੀਜ਼ ਆ, ਐਸਟ ਰੀਕਨਸਟਰਕਸ਼ਨ ਕੰਪਨੀਜ਼, ਉਹਨਾਂ ਦਾ ਰਿਵਿਊ ਕਰਨਾ, ਮੀਨਸ ਉਹ ਕਿੱਦਾਂ ਦਾ ਕੰਮ ਕਰ ਰਹੀਆਂ, ਕਿੱਦਾਂ ਦਾ ਨਹੀਂ ਕਰ ਰਹੀਆਂ, ਇਹਦਾ ਕੰਮ। ਐਗਜ਼ਾਮ ਪਰਸਪੈਕਟਿਵ ਇਹਨਾਂ ਯਾਦ ਰੱਖਿਓ ਕਾਫੀ ਆ। ਅਤੇ ਐਸਟ ਰੀਕਨਸਟਰਕਸ਼ਨ ਕੰਪਨੀਜ਼ ਕੀ ਹੁੰਦੀਆਂ, ਐਸਟ ਰੀਕਨਸਟਰਕਸ਼ਨ ਕੰਪਨੀਜ਼ ਕੀ ਹੈ ਜੀ, ਇੱਕ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ, ਮੀਨਸ ਜੋ ਕੀ ਕਰਦੀਆਂ, ਜੋ ਬੈਂਕਾਂ ਦੇ NPA ਹੁੰਦੇ ਆ, ਨਾਨ ਪਰਫੋਰਮਿੰਗ ਐਸੈਟਸ, ਇੱਦਾਂ ਦੇ ਲੋਨ ਜਿਹੜੇ ਹੁਣ ਵਾਪਸ ਆਉਣ ਦੀ ਉਮੀਦ ਖਤਮ ਹੋ ਚੁੱਕੀ ਆ, ਉਹਨਾਂ ਲੋਨਸ ਨੂੰ ਬੈਂਕਾਂ ਕੋਲ ਇਹ ਖਰੀਦ ਲੈਂਦੀ ਆ, ਅਤੇ ਉਹਨਾਂ ਦੇ ਵਿੱਚੋਂ ਪੈਸਾ ਕੱਢ ਕੇ ਬੈਂਕਾਂ ਨੂੰ ਵੀ ਪੈਸੇ ਦਿੰਦੇ ਆ, ਅਤੇ ਆਪ ਦਾ ਵੀ ਇਹ ਫਾਇਦਾ ਕਰਦੇ। ਇਹਦੇ ਨਾਮ ਤੋਂ ਹੈਗਾ ਜੀ ਐਸਟ, ਮੀਨਸ ਐਸਟ ਹੁੰਦਾ ਸਾਡੇ ਕੋਲ ਧਨ ਦੌਲਤ, ਆਪਾਂ ਸਿੰਪਲੀ ਕਹਿ ਸਕਦੇ ਹਾਂ ਧਨ ਦੌਲਤ। ਰੀਕਨਸਟਰਕਸ਼ਨ
ਉਹਨੂੰ ਦੁਬਾਰਾ ਤੋਂ ਕ੍ਰੀਏਟ ਕਰਨਾ ਕੰਪਨੀ ਤੇ ਦਾ ਨਾਮ ਹੋਗਾ। ਤੇ ਜੇ ਤੁਸੀਂ ਕਿਸੇ ਵੀ ਵਰਡ ਦਾ ਮੀਨਿੰਗ ਸਮਝਣਾ ਉਹਨੂੰ 2-3 ਵਾਰ ਬ੍ਰੇਕ ਕਰਕੇ ਪੜ੍ਹਿਓ, ਉਹਦਾ ਮੀਨਿੰਗ ਆਪਣੇ ਆਪ ਨਿਕਲ ਆਊਗਾ ਜੀ। ਚਲੋ ਅੱਗੇ ਹੈਗਾ ਵੰਦੇ ਭਾਰਤ ਮਿਸ਼ਨ। ਵੰਦੇ ਭਾਰਤ ਮਿਸ਼ਨ ਕੀ ਹੈ ਜੀ? ਸਾਨੂੰ ਪਤਾ ਜਦੋਂ ਕੋਵਿਡ ਦੀ ਮਹਾਮਾਰੀ ਆਈ ਸੀਗੀ ਤੇ ਸਾਡੇ ਬਹੁਤ ਸਾਰੇ ਇੰਡੀਅਨ ਸੀਗੇ ਜਿਹੜੇ ਦੂਜੀਆਂ ਕੰਟਰੀਆਂ ਵਿੱਚ ਉਹ ਰਹਿ ਗਏ ਸੀਗੇ, ਉਹਨਾਂ ਨੂੰ ਉੱਥੋਂ ਵਾਪਸ ਲਿਆਉਣ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਵੰਦੇ ਭਾਰਤ ਮਿਸ਼ਨ ਦੇ ਅੰਡਰ ਆਇਆ ਸੀ। ਸਟਾਰਟ ਇਹਨੂੰ ਕੀਤਾ ਗਿਆ ਸੀਗਾ 2020 ਵਿੱਚ, ਮਈ ਦੇ ਵਿੱਚ। ਤੇ ਯਾਦ ਰੱਖਿਓ ਜਦੋਂ ਅਸੀਂ ਉਹਨਾਂ ਨੂੰ ਬਾਏ 에ਅਰ ਲੈ ਕੇ ਆਏ ਸੀਗੇ ਉਹ ਵੰਦੇ ਭਾਰਤ ਮਿਸ਼ਨ ਦੇ ਅੰਡਰ ਆਏ ਸੀ। ਸਾਡੇ ਕੋਲ ਇੱਕ ਆਪਰੇਸ਼ਨ ਸਮੁੰਦਰ ਸੇਤੂ ਵੀ ਹੈਗਾ, ਇਹਦਾ ਵੀ ਪ੍ਰੋਸੈਸ ਸੇਮ ਹੀ ਸੀਗਾ, ਕਨਸੈਪਟ ਸੇਮ ਸੀਗਾ ਕਿ ਜਿਹੜੇ ਸਾਡੇ ਇੰਡੀਅਨ ਤੇ ਸਾਡੇ ਦੇਸ਼ ਵਾਸੀ ਆ ਦੂਸਰੀਆਂ ਕੰਟਰੀਆਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਲੈ ਕੇ ਆਉਣਾ ਸੀ। ਲੇਕਿਨ ਇਸ ਦੇ ਲਈ ਇੰਡੀਅਨ ਨੇਵੀ ਨੇ ਐਫਰਟਸ ਕੀਤੇ ਸੀਗੇ। ਤੋ ਮੀਨਸ ਜੋ ਇੰਡੀਅਨ ਨੇਵੀ ਨੇ ਐਫਰਟਸ ਕੀਤੇ ਆ ਉਹ ਸਾਡੇ ਕੋਲ ਕੰਸੀਡਰ ਹੋਣਗੇ ਸਮੁੰਦਰ ਸੇਤੂ ਦੇ ਅੰਡਰ, ਅਤੇ ਜੋ 에ਅਰ ਫੋਰਸ ਨੇ ਐਫਰਟਸ ਕੀਤੇ ਆ ਉਹ ਸਾਡੇ ਕੋਲ ਹੈਗਾ ਵੰਦੇ ਭਾਰਤ ਮਿਸ਼ਨ। ਅੱਗੇ ਚੱਲਦੇ ਹਾਂ। ਵਰਲਡ ਪ੍ਰੈਸ ਫਰੀडम ਇੰਡੈਕਸ। तो वर्ल्ड ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 142, 142ਵਾਂ ਰੈਂਕ ਆਇਆ 180 ਕੰਟਰੀਆਂ ਦੇ ਵਿੱਚੋਂ, ਜੋ ਕਿ ਜ਼ਿਆਦਾ ਵਧੀਆ ਨਹੀਂ ਹੈਗਾ। ਇਸ ਇੰਡੈਕਸ ਨੂੰ ਜਿਹੜੀ ਪਬਲਿਸ਼ ਕਰਨ ਵਾਲੀ ਅਥਾਰਟੀ ਉਹਦਾ ਨਾਮ ਹੈਗਾ ਰਿਪੋਰਟਰਸ ਸੈਂਸ ਫਰੰਟੀਅਰਸ, ਜਾਂ ਇਹਨੂੰ ਕਹਿੰਦੇ ਆ ਰਿਪੋਰਟਰਸ ਵਿਦਾਊਟ ਬਾਰਡਰ। ਯਾਦ ਰੱਖ ਲਿਓ, ਪੁੱਛ ਲੈਂਦੇ ਹੁੰਦੇ ਆ ਕਾਫੀ ਵਾਰ, ਠੀਕ ਹੈ ਜੀ। ਕੀ ਪੁਆਇੰਟ ਆਪਾਂ ਜੇ ਗੱਲ ਕਰੀਏ ਟੌਪ ਤੇ ਕਿਹੜੀ ਕੰਟਰੀ ਆ? ਨਾਰਵੇ। ਉਦੋਂ ਬਾਅਦ ਸਾਨੂੰ ਫਿਨਲੈਂਡ ਤੇ ਡੈਨਮਾਰਕ ਮਿਲਦੀਆਂ, ਅਤੇ ਇਸ ਗ੍ਰਾਫ ਦੇ ਵਿੱਚ ਦੱਸਿਆ ਗਿਆ ਸਭ ਤੋਂ ਥੱਲੇ ਹੈਗੀ ਹੈ ਜੀ ਨਾਰਥ ਕੋਰੀਆ। ਇੰਡੀਆ ਦਾ ਨੰਬਰ ਹੈਗਾ 142ਵਾਂ। ਦੇਖੋ ਸਾਡੇ ਦੇ ਉੱਤੇ ਬ੍ਰਾਜ਼ੀਲ ਵੀ ਹੈ, ਜਾਪਾਨ ਵੀ ਹੈ, ਕਾਫੀ ਸਾਰੀ ਕੰਟਰੀ ਸਾਡੇ ਦੇ ਉੱਤੇ ਆ। ਅਸੀਂ ਯਾਦ ਰੱਖਣਾ ਟੌਪ ਵਾਲੀ ਕੰਟਰੀ ਸਾਡਾ ਰੈਂਕ ਕੀ ਆ 142 ਆ, ਅਤੇ ਜੇ ਹੋ ਸਕੇ ਨਾਰਥ ਕੋਰੀਆ ਲਾਸਟ ਵਾਲਾ ਨੰਬਰ ਵੀ ਯਾਦ ਕਰ ਲਓ। ਜੇ ਅਸੀਂ ਇੰਡੀਆ ਦੇ ਪੜੋਸੀਆਂ ਦੀ ਗੱਲ ਕਰੀਏ, ਸਾਡੇ ਕੋਲ ਨੇਪਾਲ ਦੀ ਗੱਲ ਕਰੀਏ, ਉਹ ਵੀ ਸਾਡੇ ਤੋਂ ਉੱਤੇ ਕੰਡੀਸ਼ਨ ਦੇ ਵਿੱਚ ਆ। ਸ਼੍ਰੀਲੰਕਾ ਵੀ ਸਾਡੇ ਤੋਂ ਪੋਜੀਸ਼ਨ ਵਧੀਆ 'ਚ ਆ। ਮਿਆਂਮਾਰ ਸਾਡੇ ਤੋਂ ਉੱਪਰ ਆ। ਪਾਕਿਸਤਾਨ ਸਾਡੇ ਤੋਂ ਥੱਲੇ, ਅਤੇ ਬੰਗਲਾਦੇਸ਼ ਵੀ ਸਾਡੇ ਤੋਂ ਥੱਲੇ ਆ, ਠੀਕ ਹੈ ਜੀ। ਨੈਕਸਟ ਹੈਗਾ ਚੱਡ। ਹੁਣੇ ਨਿਊਜ਼ ਆਈ ਇੱਕ ਚੱਡ ਕੰਟਰੀ ਆ ਅਫਰੀਕਾ ਦੇ ਵਿੱਚ, ਉੱਥੋਂ ਦੇ ਪ੍ਰੈਜ਼ੀਡੈਂਟ ਦਾ ਕਤਲ ਕਰ ਦਿੱਤਾ ਗਿਆ। ਅਤੇ ਤੁਸੀਂ ਯਾਦ ਰੱਖਣਾ ਚੱਡ ਕੰਟਰੀ, ਕਈ ਵਾਰੀ ਐਗਜ਼ਾਮ ਦੇ ਵਿੱਚ ਇੱਦਾਂ ਦਾ ਕੁਐਸਚਨ ਬਣ ਜਾਂਦਾ ਕਿ ਕਿਹੜੀ ਕੰਟਰੀ ਦੇ ਪ੍ਰੈਜ਼ੀਡੈਂਟ ਦੀ ਹੱਤਿਆ ਹੋਈ ਆ, ਉਹਨੂੰ ਮਾਰਿਆ ਗਿਆ, ਅਤੇ ਉਹ ਹੈਗਾ ਸਾਡੇ ਕੋਲ ਜੀ ਚੱਡ ਕੰਟਰੀ। ਸਹਾਰਾ ਡੈਜ਼ਰਟ ਇਹਦੇ ਵਿੱਚ ਦੀ ਇੱਕ ਲੰਘਦਾ ਆ। ਸਹਾਰਾ ਡੈਜ਼ਰਟ ਦੀ ਮੈਂ ਗੱਲ ਕਰਾਂ ਤਾਂ ਸਹਾਰਾ ਡੈਜ਼ਰਟ 11 ਕੰਟਰੀ ਵਿੱਚ ਫੈਲਿਆ ਹੋਇਆ ਹੈ। ਵਰਲਡ ਦਾ ਸਭ ਤੋਂ ਵੱਡਾ ਉਹ ਰੇਗਿਸਤਾਨ ਇਹਦੀ ਚੱਡ ਕੰਟਰੀ, ਜੋ ਕਿ ਅਫਰੀਕਾ ਦੇ ਨਾਰਥ ਵਾਲੇ ਪਾਰਟ 'ਚ। ਚਲੋ ਜੀ ਅੱਗੇ ਚੱਲਦੇ ਹਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ। ਰਸ਼ੀਆ ਇੱਕ ਆਪ ਦਾ ਔਰਬਿਟਲ ਸਟੇਸ਼ਨ ਲਾਉਣ ਲੱਗਾ ਅਸਮਾਨ ਦੇ ਵਿੱਚ, ਜਿਹਦਾ ਨਾਮ ਹੈਗਾ ਜੀ ਇੰਟਰਨੈਸ਼ਨਲ ਸਪੇਸ ਸਟੇਸ਼ਨ। ਐਗਜ਼ਾਮ ਦੇ ਵਿੱਚ ਕੁਐਸਚਨ ਬਣ ਸਕਦਾ ਕਿ ਕਿਹੜੀ ਕੰਟਰੀ ਨੇ ਹੁਣ ਆਪਦਾ ਸੈਪਰੇਟਲੀ ਜਿਹੜਾ ਆਪਣਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਗਾਉਣ ਦੀ ਗੱਲ ਚੱਲ ਰਹੀ ਹੈ, ਉਹ ਹੈਗਾ ਸਾਡੇ ਕੋਲ ਰਸ਼ੀਆ। ਬਸ ਇੰਨਾ ਯਾਦ ਰੱਖ ਲਿਓ, ਕਾਫੀ ਹੋਊਗਾ ਸਾਡੇ ਕੋਲ, ਕਿਉਂਕਿ ਆਲਰੇਡੀ ਸਾਡੇ ਕੋਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈਗਾ ਅਲੱਗ ਇੱਕ, ਜਿੱਥੇ ਕਿ ਕਾਫੀ ਸਾਰੇ ਕੰਟਰੀਜ਼ ਮੈਂਬਰ ਆ, ਜਿਵੇਂ ਰਸ਼ੀਆ, USA, ਜਾਪਾਨ, ਯੂਰੋਪੀਅਨ ਸਪੇਸ ਏਜੰਸੀ ਹੋ ਗਈ। ਲੇਕਿਨ ਹੁਣ ਜੋ ਹੈਗਾ ਰਸ਼ੀਆ ਆਪਦਾ ਇੱਕ ਅਲੱਗ ਤੋਂ ਉਹਨੂੰ ਐਸਟੈਬਲਿਸ਼ ਕਰਨ ਲੱਗਾ। ਐਕਸਰਸਾਈਜ਼ ਖੰਜਰ। ਤਾਂ ਜੋ ਐਕਸਰਸਾਈਜ਼ ਖੰਜਰ ਹੈ, ਇਹ ਇੰਡੀਆ ਅਤੇ ਕਜ਼ਾਕਿਸਤਾਨ ਦੋ ਕੰਟਰੀਜ਼ ਯਾਦ ਰੱਖਣੇ ਤੁਸੀਂ। ਖੰਜਰ ਐਕਸਰਸਾਈਜ਼ ਇੰਡੀਆ ਅਤੇ ਕਜ਼ਾਕਿਸਤਾਨ ਦੋ ਕੰਟਰੀਜ਼ ਦੇ ਵਿੱਚ ਹੋਈ ਹੈ। ਇੱਕ ਮਿਲਟਰੀ ਐਕਸਰਸਾਈਜ਼ ਆ, ਇਹ ਕਾਫੀ ਇੰਪੋਰਟੈਂਟ ਹੈ ਜੋ ਤੁਸੀਂ ਯਾਦ ਰੱਖਣਾ। 2011 ਵਿੱਚ ਸਟਾਰਟ ਕੀਤੀ ਗਈ ਸੀ ਇਹ ਜੀ, ਅਤੇ 8 ਐਡੀਸ਼ਨ ਹੁਣ ਤੱਕ ਹੋ ਚੁੱਕੇ ਆ। ਹੁਣ ਸਾਡੇ ਲਈ ਜ਼ਰੂਰੀ ਆ ਕਿ ਕਜ਼ਾਕਿਸਤਾਨ ਦੀ ਲੋਕੇਸ਼ਨ ਦੇਖ ਲਈਏ। ਏਰੀਆ ਜੀ ਸਾਡੇ ਕੋਲ ਕਜ਼ਾਕਿਸਤਾਨ, ਅਤੇ ਕਜ਼ਾਕਿਸਤਾਨ ਦਾ ਇੱਕ ਬਾਰਡਰ ਚਾਈਨਾ ਨਾਲ ਲੱਗਦਾ, ਦੂਜਾ ਬਾਰਡਰ ਤਜ਼ਾਕਿਸਤਾਨ ਦੇ ਨਾਲ ਲੱਗਦਾ, ਤੀਜਾ ਬਾਰਡਰ ਉਜ਼ਬੇਕਿਸਤਾਨ ਦੇ ਨਾਲ ਲੱਗਦਾ, ਅਤੇ ਚੌਥਾ ਬਾਰਡਰ ਸਾਨੂੰ ਕਜ਼ਾਕਿਸਤਾਨ ਦੇ ਨਾਲ ਲੱਗਦਾ ਜਾਂ ਮਿਲਦਾ। ਅਪੁਆਇੰਟਮੈਂਟ ਆਫ ਐਡ ਹੌਕ ਜੱਜਿਸ। ਆਰਟੀਕਲ 224A ਦਾ ਯੂਜ਼ ਕਰਕੇ, ਜੋ ਕਿ ਕੌਂਸਟੀਟਿਊਸ਼ਨ ਵਿੱਚ ਲਿਖਿਆ ਗਿਆ ਆ, ਅਸੀਂ ਜੋ ਕਿ ਐਡ ਹੌਕ ਜੱਜਿਸ ਆ ਜੋ ਰਿਟਾਇਰ ਹੋ ਚੁੱਕੇ ਆ ਹਾਈ ਕੋਰਟ ਦੇ ਵਿੱਚੋਂ, ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਅਸੀਂ ਐਜ਼ ਆ ਕੁਛ ਟਾਈਮ ਦੇ ਲਈ ਲਗਾ ਸਕਦੇ ਹਾਂ। ਇਹ ਪਾਵਰ ਓਬਵੀਅਸ ਆ ਸੁਪਰੀਮ ਕੋਰਟ ਦੇ ਕੋਲ ਹੀ ਹੋਊਗੀ, ਠੀਕ ਹੈ ਜੀ। ਅਤੇ ਇਹ ਉਦੋਂ ਹੀ ਲਗਾਇਆ ਜਾ ਸਕਦਾ ਜਦੋਂ ਕੋਈ ਸਾਡੇ ਕੋਲ ਕੰਮ ਦਾ ਲੋੜ ਹੋਵੇ। ਐਡ ਹੌਕ ਮੀਨਸ ਟੈਂਪਰੇਰੀ ਟਾਈਮ ਦੇ ਲਈ ਅਸੀਂ ਜੱਜਿਸ ਨੂੰ ਲਗਾ। ਈਵਨ ਇਹ ਜੱਜ ਰਿਟਾਇਰ ਹੋ ਚੁੱਕੇ ਆ, ਲੇਕਿਨ ਫਿਰ ਵੀ ਇਹਨਾਂ ਦੀ ਹੈਲਪ ਲਈ ਜਾਂਦੀ ਹੈ ਕੁਛ ਨਾ ਕੁਛ ਕੰਮ ਕਰਨ ਦੇ ਲਈ। KRI ਨੰਗਲਾ। ਇਹ ਕੀ ਹੈ ਜੀ? ਇੰਡੋਨੇਸ਼ੀਆ ਦੀ ਇੱਕ ਸਬਮਰੀਨ ਆ ਜਿਹਦਾ ਨਾਮ ਹੈਗਾ KRI ਨੰਗਲਾ। ਉਹ ਗੁੰਮ ਹੋ ਗਈ ਸੀਗੀ, ਡੀਜ਼ਲ ਇਲੈਕਟ੍ਰਿਕ ਸਬਮਰੀਨ ਆ, ਅਤੇ ਇੰਡੀਆ ਨੇ ਇੱਕ ਆਪਦੀ ਸਬਮਰੀਨ ਉਹਨੂੰ ਖੋਜਣ ਦੇ ਲਈ ਭੇਜੀ ਸੀ, ਠੀਕ ਆ। ਏਰੀਆ ਇੰਡੋਨੇਸ਼ੀਆ ਦਾ ਮੈਪ ਸਾਡੇ ਲਈ ਕਾਫੀ ਜ਼ਰੂਰੀ ਆ। ਸੁਮਿਤਰਾ ਹੋ ਗਿਆ ਜੀ, ਜਾਵਾ, ਬਾਲੀ, ਇਹ ਸਾਰੇ ਦਾ ਸਾਰਾ ਕਿਹਦਾ ਪਾਰਟ ਆ? ਇੰਡੋਨੇਸ਼ੀਆ ਦਾ ਹੀ ਪਾਰਟ ਆ। ਵਰਲਡ ਅਰਥ ਡੇ ਅਸੀਂ ਸੈਲੀਬ੍ਰੇਟ ਕਰਦੇ ਹਾਂ 22 ਅਪ੍ਰੈਲ ਨੂੰ, 22 ਅਪ੍ਰੈਲ ਨੂੰ, ਯਾਦ ਰੱਖਿਓ, ਕੁਐਸਚਨ ਆ ਜਾਂਦਾ ਹੁੰਦਾ। ਇਸ ਵਾਰ
51st ਐਨੀਵਰਸਰੀ ਆ ਵਰਲਡ ਅਰਥ ਡੇ ਦੀ। ਜਿਹੜਾ ਥੀਮ ਹੈ ਇਸ ਵਾਰ ਦਾ ਕਾਫੀ ਇੰਪੋਰਟੈਂਟ ਆ ਜੀ। ਥੀਮ ਸਪੈਲਿੰਗ ਥੋੜ੍ਹਾ ਜਿਹਾ ਸਹੀ ਕਰ ਦਵਾਂ ਮੈਂ। ਥੀਮ ਰਿਸਟੋਰ ਆਵਰ ਅਰਥ। तो याद रखियो जी, ਇਹਦਾ थीम बड़ा इंपॉर्टेंट ਹੁੰਦਾ। चलो अगे चलते हैं। एनर्जी ट्रांजिशन इंडेक्स, जो एनर्जी ट्रांजिशन इंडेक्स आ इनू पब्लिश करने वाली जी रिलीज़ करने वाली अथॉरिटी है, नाम है WEF। जो आप फुल फॉर्म की गल करिए वर्ल्ड इकनॉमिक फॉर्म। देखो एग्जाम के इदा के क्वेश्चन आते होंगे कि कोई भी इंडेक्स का नाम दस देंगे, उन्होंने कौन पब्लिश करता है, तो इंडिया का रैंक की ये इंडिया का रैंक है जी 87। कि जे तुसी इस बार पटवारी का पेपर देखा वो भी क्वेश्चन आ सका रैंक तो, ठीक है, रैंक तो आ जाता होंगे, या फिर स्टैटिक तो भी क्वेश्चन आ सकता कि वर्ल्ड इकनॉमिक फॉर्म जी उन्हें किहड़ा इंडेक्स पब्लिश किया। तो उम्मीद है तुसी देख लिया होगा जी। एनर्जी ट्रांजिशन इंडेक्स 115 कंट्रीज है टोटल, वो इंडिया का 87वां रैंक है जी। हुण असीं देखते हैं वर्ल्ड इकनॉमिक फॉर्म की है। एक नॉन प्रॉफिट फाउंडेशन आ, मीनस NGO की आप कह सकते हैं। स्विट्जरलैंड जिनेवा विच इहदा बेस आ, 1971 ਦੇ स्टैबलिश किया गया सीगा। दो तीन गल्लां तुसीं इहदे बारे याद रखनियां। एक तो यह NGO आप कह सकते नॉन प्रॉफिट फाउंडेशन आ स्विस, फिर 1971 ਦੇ स्टैबलिश किया गया सीगा, ते जिनेवा स्विट्जरलैंड दे विच इहदा हैडकुआटर जां बेस। नैक्सट साडे कोल हैगा ब्लू फ्लैग बीचेस। ब्लू फ्लैग बीचेस की है, एक सर्टिफिकेट हुंदा न्यूज़ ਦੇ ਵਿੱਚ इसलिए है क्योंकि उड़ीसा गौरमेंट ने हुणे अप्लाई किया ब्लू फ्लैग सर्टिफिकेट ਦੇ ਵਿੱਚ। ਹੁਣ ब्लू फ्लैग सर्टिफिकेट की है, जिवें मैं दस्सिया कि एक बीच आ, एक सर्टिफिकेट हुंदा। ये सर्टिफिकेट उन्हां बीचेस नूं मिलदा जिहड़े कि कंसीडर किए जाते हैं क्लीनीएस्ट बीच इन द वर्ल्ड, ठीक है। मीनस जो बीच सब तो साफ होणगे उन्हां नूं असीं कंसीडर करते हैं एज ब्लू फ्लैग बीच दे विच। ते जेकर कोई बीच ब्लू फ्लैग का सर्टिफिकेट गेन कर लैंदा मीनस वो काफ़ी साफ होगा, उत्थे जिन्नी भी टूरिस्ट एक्टिविटीज़ होंदियां होणगियां वो एनवायरनमेंट नूं सेफ करन दे ध्यान नाल ही कीतियां जांदियां। ओबवियस आ जिस भी बीच नूं ये मिलिया होगा उत्थे लोग ज़्यादा तो ज़्यादा आउणगे ते उस एरिए की इकोनॉमी भी ज़्यादा ग्रो करूगी। हुण असीं देखते हैं ब्लू फ्लैग प्रोग्राम के बारे कदों स्टार्ट होया सीगा। एक नॉन प्रॉफिट ऑर्गेनाइजेशन FEE है, जिसकी फुल फॉर्म है जी फाउंडेशन फॉर एनवायरनमेंटल एजुकेशन। इस बॉडी ये ऑर्गेनाइजेशन ही ये प्रोग्राम उन्हें स्टार्ट किया सीगा ते उही ये सर्टिफिकेट इशू करती है। इस प्रोग्राम को स्टार्ट किया गया सीगा फ्रांस के 1985 के 1985 के। ये तैयार की करती है जी इको टूरिज्म मॉडल, जिदा मैं पहले दस चुकिया कि एनवायरनमेंट को ध्यान में रखते हो कि जिथे एनवायरनमेंट वधिया होगा उत्थे ये सर्टिफिकेट दिता जाऊगा। इंडिया को कुछ है साडे कोल ब्लू फ्लैग सर्टिफिकेट्स, जिवें आप मैप के तुहानूं दिख रहे हैं जी। गोल्डन बीच की गल करिए उड़ीसा में, ये भी ब्लू फ्लैग साडे कोल सर्टिफिकेट मिल जाता, ठीक है। रुसीकोंडा बीच की गल करिए तो इदी एडन बीच हो गया, कोवलम बीच हो गया, तो सारे इन्होंने बीचेस एक बार ध्यान की निगाह में कढ़ लो, एग्जाम के क्वेश्चन बन सकते। अगे साडे कोल प्रधानमंत्री गरीब कल्याण अन्न योजना। तुसीं काफ़ी न्यूज़ में सुनिया होना कि प्रधानमंत्री जो साडे इंडिया के प्रधानमंत्री आ वो 5 किलो फूड दे रहे हैं लोगों को फ्री। हालांकि जब गल करिए 5 किलो फूड नाल बनता तो कुछ नहीं होंदा, लेकिन ये एक 5 किलो फूड एक फैमिली को मिल रहा, वो भी 80 करोड़ लोग, ये 80 करोड़ बेनीफिशरीज आ। तो इस स्कीम का नाम है जी प्रधानमंत्री गरीब कल्याण अन्न योजना। याद रखियो एग्जाम के क्वेश्चन आ गया, ये नहीं है क्योंकि जो साढ़े को अगे होर स्कीम वो सबसिडाइज फॉर्म के मिलता, मीनस सस्ता मिलता, लेकिन ये टोटली फ्री आ, ये गौरमेंट पैसे नहीं ले रही। सबसिडाइज मीनस मैं अगे दस देना की चक्कर आ, ये जस्ट एक अन्न योजना जुड़ गया, अन्न ये फिर की हो गया फ्री हो गया सारे। ये एक होर स्कीम प्रधानमंत्री गरीब कल्याण योजना जो कि लॉन्च की गई सी 2016 के। इस स्कीम का पार्ट बनाया गया सीगा प्रधानमंत्री गरीब कल्याण अन्न योजना। तो ये जी अन्न योजना ये कदों स्टार्ट हुई सी, जो पैंडेमिक स्टार्ट होया उदों एज अ रिलीफ पैकेज भी लोगों का बहुत औखा काम कर नहीं मिल रहा, जॉबां निकल गई तो उन्होंने 5-5 किलो अनाज दिता जाए। याद रखियो जिहड़ियां चीज़ां मैं उपर दसियां। नैक्सट है साडे कोले ECOSOC, इसकी फुल फॉर्म जी मैं गल करा यूनाइटेड नेशन इकनॉमिक एंड सोशल काउंसिल। याद होगा ये आप पढ़िया सीगा लास्ट लैक्चर के भी कि जिहड़ा यूनाइटेड नेशन इकनॉमिक एंड सोशल काउंसिल आ, ये जिहड़े 6 ऑर्गन आ UN दे, एक मेन पार्ट आ। तो इसका हैडकुआटर भी मैं तुहानूं दस्सिया सीगा, दोबारा रिपीट करा दूंगा। इंडिया हैज़ बीन इलैक्टेड to 3 key bodies of the UNECOSU,
ਮੀਨਸ ਇੰਡੀਆ ਕੁਛ ਚੀਜ਼ਾਂ ਦੇ ਵਿੱਚ ਇਲੈਕਟ ਹੋ ਗਿਆ ਆ। ਇਹਦੇ ਜਿਹੜੇ ਮੈਂਬਰ ਹੁੰਦੇ ਇਲੈਕਸ਼ਨ ਦੇ ਥਰੂ ਇਲੈਕਸ਼ਨ ਦੇ ਥਰੂ ਜਾਂਦੇ ਆ, ਤੇ ਇੰਡੀਆ ਵੀ ਉਹਨਾਂ ਵਿੱਚੋਂ ਇੱਕ ਹੈਗਾ। ਹੁਣ ਇਹ ਤਾਂ ਸਾਡੇ ਲਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਕਿ ਕਿਹੜੀਆਂ ਕਿਹੜੀਆਂ ਬੋਡੀਜ਼ ਆ, ਬਸ ਯਾਦ ਰੱਖਿਓ ਵੀ ਇਸ ਬੋਡੀ ਦੇ ਵਿੱਚ ਇੰਡੀਆ ਵੀ ਇਲੈਕਟ ਹੋ ਚੁੱਕਾ ਹੈ। ਜੇ ਮੈਂ ਬੋਡੀਜ਼ ਦੀ ਇਹਦੀ ਗੱਲ ਕਰਾਂ, ਇਹਦੇ ਅੰਡਰ ਸਾਡੇ ਕੋਲ ਆਉਂਦਾ ਜੀ ਕਮਿਸ਼ਨ ਔਨ ਕ੍ਰਾਈਮ ਪ੍ਰੀਵੈਂਸ਼ਨ ਐਂਡ ਕ੍ਰਿਮੀਨਲ ਜਸਟਿਸ, ਇੱਕ ਤਾਂ ਬੋਡੀ ਇਹ ਹੈ, ਇਹਦੇ ਵਿੱਚ ਇੰਡੀਆ ਦੇ ਕੁਛ ਮੈਂਬਰ ਇਲੈਕਟ ਹੋਇਆ। ਦੂਜੀ ਸਾਡੇ ਕੋਲ ਬੋਡੀ ਹੈਗੀ ਆ ਐਗਜ਼ੀਕਿਊਟਿਵ ਬੋਰਡ ਆਫ UN ਵੂਮਨ, ਇਹਦੇ ਵਿੱਚ ਸਾਡੇ ਕੁਛ ਬੰਦੇ ਗਏ ਆ। ਤੇ ਥਰਡ ਸਾਡੇ ਕੋਲ ਬੋਡੀ ਹੈਗੀ ਆ ਐਗਜ਼ੀਕਿਊਟਿਵ ਬੋਰਡ ਆਫ ਵਰਲਡ ਫੂਡ ਪ੍ਰੋਗਰਾਮ। ਤੇ ਜੇ ਮੈਂ ਗੱਲ ਕਰਾਂ ਇਸ ਬੋਡੀ ਦੀ, ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਦੀ ਗੱਲ ਕਰੀਏ, 1945 ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ। ਇਹ ਇੱਕ ਆ ਜਿਹੜੀ ਸਾਡੇ ਕੋਲ 6 UN ਦੇ ਔਰਗਨ ਉਹਨਾਂ ਵਿੱਚੋਂ ਇੱਕ ਆ। ਇਹਦਾ ਹੈੱਡਕੁਆਟਰ ਕਿੱਥੇ ਆ ਜੀ? ਨਿਊਯਾਰਕ ਦੇ ਵਿੱਚ। ਆਪਾਂ ਦੇਖੇ ਸੀਗੇ ਜਿਹੜੇ 5 ਸੀਗੇ ਉਹ ਨਿਊਯਾਰਕ ਦੇ ਵਿੱਚ ਸੀਗੇ, ਤੇ 6ਵਾਂ ਸੀਗਾ ਹੇਗ ਦੇ ਵਿੱਚ। ਹਾਂਜੀ, ਕਮੈਂਟ ਬਾਕਸ ਵਿੱਚ ਦੱਸੋ ਹੇਗ ਦੇ ਵਿੱਚ ਕਿਹੜਾ। ਹਾਲਾਂਕਿ ਮੈਂ ਅੱਗੇ ਦੱਸ ਦਿੰਦਾ, 5-6 ਔਰਗਨ ਦੇ ਵਿੱਚੋਂ ਜਿਵੇਂ ਆਪਾਂ ਗੱਲ ਕਰੀਏ ਜਨਰਲ ਅਸੈਂਬਲੀ ਦੀ, ਸਿਕਿਉਰਿਟੀ ਕਾਉਂਸਲ ਦੀ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਹੋ ਗਿਆ, ਟਰਸਟਸ਼ਿਪ ਕਾਉਂਸਲ ਹੋ ਗਿਆ, ਤੇ ਸੈਕਟਰੀਏਟ। ਇਹ 5 ਬੋਡੀਜ਼ ਦੇ ਜਿਹੜੇ ਹੈੱਡਕੁਆਟਰ ਸਾਨੂੰ ਉਹ ਨਿਊਯਾਰਕ ਦੇ ਵਿੱਚ ਮਿਲਦੇ ਆ। ਤੇ ਜਿਹੜਾ ਸਾਡੇ ਕੋਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ, 6ਵੀਂ ਬੋਡੀ ਆ, ਇਹਦਾ ਹੈੱਡਕੁਆਟਰ ਸਾਨੂੰ ਮਿਲਦਾ ਜੀ ਹੇਗ, ਨੀਦਰਲੈਂਡ ਦੇ ਵਿੱਚ। ਨੈਕਸਟ ਹੈਗਾ ਸਾਡੇ ਕੋਲ ਵਰਲਡ ਮਲੇਰੀਆ ਡੇ। ਰਿਪੋਰਟ ਆਈ ਸਾਡੇ ਕੋਲ ਜੀ ਜ਼ੀਰੋਇੰਗ ਇਨ ਦਾ ਮਲੇਰੀਆ ਐਲੀਮੀਨੇਸ਼ਨ, ਜਿਹਨੂੰ ਕਿ ਰਿਲੀਜ਼ ਕੀਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ। ਕਦੋਂ ਕੀਤਾ ਜੀ? ਵਰਲਡ ਮਲੇਰੀਆ ਡੇ 'ਤੇ। 25 ਅਪ੍ਰੈਲ ਨੂੰ ਅਸੀਂ ਵਰਲਡ ਮਲੇਰੀਆ ਡੇ ਸੈਲੀਬ੍ਰੇਟ ਕਰਦੇ ਹਾਂ। ਇਸ ਵਾਰ ਦਾ ਥੀਮ ਕੀ ਆ? ਰੀਚਿੰਗ ਟੂ ਜ਼ੀਰੋ ਮਲੇਰੀਆ ਟਾਰਗੇਟ, ਕਿ ਮਲੇਰੀਆ ਨੂੰ ਬਿਲਕੁਲ ਖਤਮ ਕਰ ਦੇਣਾ, ਕਿਉਂਕਿ ਮਲੇਰੀਆ ਦੇ ਕਰਕੇ ਕਾਫੀ ਸਾਰੀਆਂ ਬਿਮਾਰੀਆਂ ਹੁੰਦੀਆਂ। ਮਲੇਰੀਆ ਡਿਜ਼ੀਜ਼ ਕਾਹਦੇ ਕਰਕੇ ਹੁੰਦੀ ਹੈ ਜੀ? ਕੌਜ਼ਡ ਬਾਏ ਪਲਸਮੋਡੀਅਮ ਪੈਰਾਸਾਈਟਸ। ਤੇ ਯਾਦ ਰੱਖ ਲਿਓ ਪੈਰਾਸਾਈਟ ਦਾ ਨਾਮ। ਤੇ ਜੇ ਮੈਂ ਗੱਲ ਕਰਾਂ ਜੀ, ਇੱਕ ਮੱਛਰ ਹੁੰਦਾ ਫੀਮੇਲ ਐਨਫਲੀਜ਼ ਮੋਸਕੀਟੋ, ਇਸ ਦੇ ਬਾਈਟ ਕਰਨਾ, ਕੱਟਣ ਨਾਲ ਹੀ ਇਹ ਬਿਮਾਰੀ ਹੁੰਦੀ ਹੈ। ਇਹ ਪ੍ਰੀਵੈਂਟਿਵ ਵੀ ਹੈ ਅਤੇ ਕਿਉਰੇਬਲ ਵੀ ਹੈ, ਮੀਨਸ ਇਹਨੂੰ ਅਸੀਂ ਰੋਕ ਵੀ ਸਕਦੇ ਹਾਂ ਅਤੇ ਇਹਦਾ ਇਲਾਜ ਵੀ ਕਰ ਸਕਦੇ ਹਾਂ। ਚਲੋ ਨੈਕਸਟ ਸਾਡੇ ਕੋਲ ਹੈਗਾ ਜੀ ਐਕਸਰਸਾਈਜ਼ ਵਰੁਣਾ 2021। 19ਵਾਂ ਐਡੀਸ਼ਨ ਆ ਸਾਡੇ ਕੋਲ ਐਕਸਰਸਾਈਜ਼ ਵਰੁਣਾ ਦਾ। ਇਹਦੇ ਵਿੱਚ ਇੰਡੀਆ ਅਤੇ ਫਰਾਂਸ ਦੀਆਂ ਨੇਵੀ ਮਿਲ ਕੇ ਕੰਮ ਕਰਦੀਆਂ। 2 ਕੰਟਰੀ ਯਾਦ ਰੱਖ ਲਿਓ। ਵਰੁਣਾ ਦੇ ਵਿੱਚ ਕੌਣ ਕੌਣ ਆ ਜੀ? ਫਰਾਂਸ ਅਤੇ ਇੰਡੀਆ। ਬਾਕੀ ਸਾਨੂੰ ਜ਼ਿਆਦਾ ਇਹਦੇ ਵਿੱਚ ਨਹੀਂ ਹੈਗਾ ਇੰਨਾ ਜਾਣ ਦੀ ਲੋੜ, ਬਸ ਇੰਨਾ ਯਾਦ ਰੱਖ ਲਿਓ 2 ਕੰਟਰੀਜ਼ ਕਿਹੜੀਆਂ। ਲੇਕਿਨ ਇਹ ਫਸਟ ਟਾਈਮ ਇੱਦਾਂ ਹੋਇਆ ਕਿ 2 ਕੰਟਰੀ ਦੇ ਨਾਲ ਨਾਲ ਸਾਡੇ ਕੋਲ ਯੂਨਾਈਟਿਡ ਅਰਬ ਅਮੀਰਾਤ UAE ਨੇ ਵੀ ਪਾਰਟੀਸਪੇਟ ਕੀਤਾ ਵਰੁਣਾ ਦੇ ਵਿੱਚ। ਨੈਕਸਟ ਸਾਡੇ ਕੋਲ ਹੋਏਗਾ ਐਗਰੀਕਲਚਰ ਇਨਫਰਾਸਟਰਕਚਰ ਫੰਡ। ਜਿਹੜੀ ਐਗਰੀਕਲਚਰ ਨੂੰ ਅਸੀਂ ਸੁਧਾਰਨਾ, ਉਹਦੇ ਲਈ ਇਨਫਰਾਸਟਰਕਚਰ ਫੰਡ ਲੈ ਕੇ ਆਈ ਹੈ ਗੌਰਮੈਂਟ। ਆਤਮ ਨਿਰਭਰ ਭਾਰਤ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਉਹਦੇ ਵਿੱਚ ਕਹਿੰਦੇ 20 ਲੱਖ ਕਰੋੜ ਦਾ ਪੈਕੇਜ ਆਇਆ ਸੀਗਾ, ਸਟਿਮੂਲਸ ਪੈਕੇਜ ਉਹਨੂੰ ਕਹਿੰਦੇ, ਪੈਕੇਜ ਕਹਿੰਦੇ। ਉਹਦੇ ਵਿੱਚ ਐਗਰੀਕਲਚਰ ਇਨਫਰਾਸਟਰਕਚਰ ਨੂੰ ਲੈ ਕੇ ਵੀ ਇੱਕ ਪੈਕੇਜ ਹੈ, ਜਿਹੜਾ ਕਿ 1 ਲੱਖ ਕਰੋੜ ਰੁਪਏ ਦਾ। ਮੀਨਸ ਅਸੀਂ ਕੀ ਕਰਨਾ, ਜਿੰਨਾ ਵੀ ਇੰਡੀਆ ਦੇ ਵਿੱਚ ਸਿਸਟਮ ਐਗਰੀਕਲਚਰ ਨੂੰ ਰਿਲੇਟਡ ਲੈ ਕੇ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਗੌਰਮੈਂਟ ਨੇ, ਅਤੇ ਉਹ ਅਮਾਊਂਟ ਹੈਗੀ ਆ 1 ਲੱਖ ਕਰੋੜ। ਇੱਕ ਪੈਨ ਇੰਡੀਆ ਸਕੀਮ ਆ, ਮੀਨਸ ਸਾਰੇ ਇੰਡੀਆ ਵਿੱਚ ਚੱਲੂਗੀ ਸਕੀਮ, ਇਹ ਵੀ ਯਾਦ ਰੱਖਣਾ। ਅਤੇ ਦੂਜੇ ਨੰਬਰ 'ਤੇ ਸੈਂਟਰਲੀ ਸੈਕਟਰ ਸਕੀਮ ਆ, ਮਤਲਬ ਕਿ ਸਾਰੇ ਦਾ ਸਾਰਾ ਪੈਸਾ ਸੈਂਟਰ ਗੌਰਮੈਂਟ ਹੀ ਦੇਗੀ, ਸਟੇਟ ਗੌਰਮੈਂਟ ਨੇ ਕੋਈ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਨਹੀਂ ਕਰਨਾ। ਡਿਊਰੇਸ਼ਨ ਇਹਦੀ ਹੈਗੀ ਆ 2020 ਤੋਂ ਲੈ ਕੇ 2029 ਤੱਕ ਅਸੀਂ 1 ਲੱਖ ਕਰੋੜ ਲਾਉਣਾ। ਅਤੇ ਮਤਲਬ ਜੇ ਆਪਾਂ ਗੱਲ ਕਰੀਏ ਤਾਂ 1 ਸਾਲ ਦਾ 10,000 ਕਰੋੜ ਦੀ ਗੱਲ ਹੁੰਦੀ ਆ, ਜੋ ਕਿ ਅਮਾਊਂਟ ਇੰਡੀਆ ਦੇ ਹਿਸਾਬ ਨਾਲ ਜ਼ਿਆਦਾ ਨਹੀਂ ਹੈਗੀ, ਕਿਉਂਕਿ ਇੰਡੀਆ ਕਾਫੀ ਵੱਡਾ ਹੈ ਅਤੇ ਮੰਡੀ ਕਰ ਰਿਹਾ, ਇੱਥੇ ਐਗਰੀਕਲਚਰ ਸਾਰੇ ਹੀ ਕਰਦੇ ਆ। ਚਲੋ ਜੀ ਅੱਗੇ ਦੇਖਦੇ ਹਾਂ। ਬਾਕੀ ਆਤਮ ਨਿਰਭਰ ਭਾਰਤ ਬਾਰੇ ਥੋੜ੍ਹਾ ਜਿਹਾ ਓਵਰਵਿਊ ਆ, ਠੀਕ ਹੈ ਜੀ। ਇਹ ਅਸੀਂ ਆਲਰੇਡੀ ਦੇਖ ਚੁੱਕੇ ਹਾਂ, ਵੈਸੇ ਤਾਂ ਕੋਈ ਏਡੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਇਹਨੂੰ ਰੀਡ ਕਰਨ ਦੀ, ਇੱਥੇ ਤੱਕ ਦੇਖ ਲਿਓ। ਹਾਂਜੀ, ਇਸ ਦੇ ਨਾਲ ਹੀ ਸਾਡੇ ਜਿੰਨੇ ਵੀ ਅਪ੍ਰੈਲ ਦੇ ਕਰੰਟ ਅਫੇਅਰਸ ਦਾ ਕਵਰ ਹੋ ਚੁੱਕੇ ਆ। ਅਤੇ ਜਿਹੜੀਆਂ ਨੈਕਸਟ ਕਲਾਸਿਸ ਆ ਉਹ ਮੈਂ ਹਿੰਦੀ ਵਿੱਚ ਹੀ ਲੈ ਕੇ ਆਊਂਗਾ, ਕਿਉਂਕਿ ਥੋੜ੍ਹਾ ਜਿਹਾ ਬਰੋਡ ਲੋਕਾਂ ਦੇ ਲਈ ਅਵੇਲੇਬਿਲਿਟੀ ਹੋ ਜਾਂਦੀ ਆ। ਠੀਕ ਹੈ ਜੀ, ਓਕੇ, ਥੈਂਕ ਯੂ, ਹੈਵ ਅ ਗੁੱਡ ਡੇ।